हेलो स्टूडेंट्स। तो इस वीडियो 'ਚ ਆਪਾਂ ਪੀ ਬਲੋਕ ਟੌਪਿਕ ਨੂੰ ਖਤਮ ਕਰਾਂਗੇ ਤੇ ਇਹ ਆਪਣੀ ਲਾਸਟ ਵੀਡੀਓ ਹੋਏਗੀ ਪੀ ਬਲੋਕ ਦੀ। ਠੀਕ ਹੈ, ਥਿਓਰੈਟੀਕਲ ਪੋਰਸ਼ਨ ਹੈ। ਇਹ ਵਾਲੇ ਨੋਟਸ ਵੀ ਤੁਹਾਨੂੰ ਐਜ਼ ਇਟ ਇਜ਼ ਮਿਲ ਜਾਣਗੇ, ਤੁਹਾਨੂੰ ਆਪਣੇ ਐਂਡ ਤੇ ਨੋਟਸ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਆਪਣੇ ਕੋਲ ਨਾਈਟ੍ਰੋਜਨ ਫੈਮਿਲੀ ਨੂੰ ਆਪਾਂ ਡਿਸਕਸ ਕਰਨਾ ਹੈ, ਜਿਹੜਾ ਕਿ ਹੁੰਦਾ ਆਪਣੇ ਕੋਲ ਗਰੁੱਪ ਨੰਬਰ 15। ਤੇ ਗਰੁੱਪ ਨੰਬਰ 15 ਦੀ ਆਪਾਂ ਨੇ ਡਿਟੇਲ ਡਿਸਕਸ਼ਨ ਕਰਨੀ ਹੈ, ਜਿਹੜੇ ਵੀ ਇੰਪੋਰਟੈਂਟ ਕੁਐਸਚਨ ਇਸ ਤੋਂ ਬਣ ਸਕਦੇ ਨੇ। ਉਸ ਤੋਂ ਪਹਿਲਾਂ ਕਾਰਬਨ ਫੈਮਿਲੀ ਦਾ ਇੱਕ ਛੋਟਾ ਜਿਹਾ ਟੌਪਿਕ ਰਹਿ ਗਿਆ ਸੀ, ਜਿਹੜਾ ਕਿ ਐਗਜ਼ਾਮ 'ਚ ਜਨਰਲੀ ਪੁੱਛਿਆ ਜਾਂਦਾ ਹੈ, ਇਸ ਲਈ ਆਪਾਂ ਓਵਰ ਟੌਪਿਕ ਪਹਿਲਾਂ ਕਵਰ ਕਰ ਲੈਂਦੇ ਹਾਂ। ਦੇਖੋ, ਕਾਰਬਨ ਫੈਮਿਲੀ 'ਚ ਆਪਣੇ ਕੋਲ ਸਿਲੀਕੋਨ ਹੁੰਦਾ ਹੈ, ਤਾਂ ਸਿਲੀਕੋਨ ਦੇ ਕਈ ਸਾਰੇ ਕੰਪਾਊਂਡਸ ਹੁੰਦੇ ਨੇ, ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਇੱਕ ਕੰਪਾਊਂਡ ਹੁੰਦਾ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਸਿਲਿਕਾ। ਸਿਲਿਕਾ ਦਾ ਫਾਰਮੂਲਾ ਕੀ ਹੁੰਦਾ ਹੈ? SiO2। ਮਤਲਬ ਸਿਲੀਕੋਨ ਆਕਸਾਈਡ ਨੂੰ ਕੀ ਬੋਲਦੇ ਨੇ ਆਪਾਂ? ਸਿਲਿਕਾ ਬੋਲਦੇ ਨੇ। ਹੁਣ ਸਿਲਿਕਾ ਦੀ ਖਾਸ ਗੱਲ ਕੀ ਹੁੰਦੀ ਹੈ? ਇਸ ਦਾ ਆਪਣੇ ਕੋਲ ਲਾਰਜ 3D ਨੈਟਵਰਕ ਸਟਰਕਚਰ ਹੁੰਦਾ ਹੈ, ਮਤਲਬ ਇਸ ਦਾ ਨੈਟਵਰਕ ਲਾਈਕ ਸਟਰਕਚਰ ਹੁੰਦਾ ਹੈ ਕਿ SiO2 ਦੀਆਂ ਕਾਫੀ ਸਾਰੇ ਯੂਨਿਟਸ ਆਪਸ ਕੀ ਹੁੰਦੇ ਰਹਿੰਦੇ ਨੇ, ਜੁੜਦੇ ਰਹਿੰਦੇ ਨੇ। ਹੁਣ ਜੇ ਕਾਫੀ ਸਾਰਾ ਯੂਨਿਟਸ ਆਪਸ ਜੁੜਨਗੀਆਂ ਤਾਂ ਸਟਰੋਂਗ ਬੌਂਡ ਬਣ ਜਾਣਗੇ, ਜਿਸ ਕਰਕੇ ਇਹ ਹਾਈਲੀ ਸਟੇਬਲ ਹੁੰਦਾ ਹੈ, ਮਤਲਬ ਸਟੇਬਿਲਿਟੀ ਵੱਧ ਜਾਂਦੀ ਹੈ ਤੇ ਮੈਲਟਿੰਗ ਪੁਆਇੰਟ ਕੀ ਹੁੰਦਾ ਇਸ ਦਾ ਇਨਕਰੀਜ਼। ਤੇ ਵੈਸੇ ਕੀ ਹੁੰਦਾ ਹੈ? ਅਨਰਿਐਕਟਿਵ ਹੁੰਦਾ ਹੈ, ਇਸ ਨਾਲ ਰਿਐਕਸ਼ਨ ਨਹੀਂ ਕਰਦਾ। ਹੁਣ ਆਪਾਂ ਇਸ ਦਾ ਇੱਕ ਸਟਰਕਚਰ ਪੜ੍ਹ ਲੈਣੇ ਹੈਗੇ ਕਿ ਸਟਰਕਚਰ ਆਪਣੇ ਕੋਲ ਕਿਸ ਤਰ੍ਹਾਂ ਹੁੰਦਾ ਹੈਗਾ। ਤਾਂ ਆਪਣੇ ਕੋਲ ਸਿਲੀਕੋਨ ਹੁੰਦਾ ਹੈਗਾ, ਇਹ ਇਸ ਨਾਲ ਦੋ ਆਕਸੀਜਨ ਤਾਂ ਆਪਣੇ ਕੋਲ ਅਟੈਚ ਨੇਗੇ, ਤੇ ਜਿਹੜੇ ਇਹ ਆਕਸੀਜਨ ਨੇ ਕੀ ਫਾਰਮ ਕਰ ਲੈਂਦੇ ਨੇ? ਪੋਲੀਮੈਰਿਕ ਚੇਨ ਫਾਰਮ ਕਰ ਲੈਂਦੇ ਨੇ। ਕੀ ਫਾਰਮ ਕਰ ਲੈਂਦੇ ਨੇ? ਪੋਲੀਮੈਰਿਕ ਚੇਨ। ਮਤਲਬ ਸਿਲੀਕੋਨ ਹੋ ਗਿਆ, ਫਿਰ ਇਹ ਅੱਗੇ ਚੇਨਸ ਨਾਲ ਜੁੜ ਜਾਏਗਾ। ਠੀਕ ਹੈ, ਉਰੇ ਆਪਣੇ ਕੋਲ ਸਿਲੀਕੋਨ ਹੋਏਗਾ। ਤਾਂ ਇਸ ਤਰ੍ਹਾਂ ਆਪਣੇ ਕੋਲ ਕੀ ਹੁੰਦਾ ਹੈਗਾ? ਲੌਂਗ ਨੈਟਵਰਕ ਲਾਈਕ ਸਟਰਕਚਰ ਬਣ ਜਾਂਦਾ ਹੈ। ਇਸ ਤਰ੍ਹਾਂ ਆਪਣੇ ਕੋਲ ਕੀ ਬਣ ਜਾਂਦਾ ਹੈ? ਲੌਂਗ ਨੈਟਵਰਕ ਸਟਰਕਚਰ ਬਣ ਜਾਂਦਾ ਹੈ। ਇਹ ਸਟਰਕਚਰ ਜਿਹੜਾ ਪੂਰਾ ਚੱਲਦਾ ਰਹਿੰਦਾ, ਇਸ ਤਰ੍ਹਾਂ ਰਿਪੀਟ ਹੁੰਦਾ ਰਹਿੰਦਾ ਹੈ, ਜਿਸ ਨੂੰ ਆਪਾਂ ਬੋਲਦੇ 3D ਨੈਟਵਰਕ ਲਾਈਕ ਸਟਰਕਚਰ। ਮਤਲਬ ਕਾਫੀ ਸਾਰੀਆਂ SiO2 ਦੇ ਕਾਫੀ ਸਾਰੇ ਯੂਨਿਟਸ ਕੀ ਹੁੰਦੇ ਨੇ, ਆਪਸ 'ਚ ਜੁੜਦੀਆਂ ਰਹਿੰਦੀਆਂ ਨੇ, ਜਿਸ ਕਰਕੇ ਆਪਣੇ ਕੋਲ ਕੀ ਬਣ ਜਾਂਦਾ ਹੈ? ਲਾਰਜ 3D ਸਟਰਕਚਰ ਬਣ ਜਾਂਦਾ ਹੈ। ਇਹ ਹਾਈਲੀ ਸਟੇਬਲ ਹੋ ਜਾਂਦਾ ਹੈ ਤੇ ਮੈਲਟਿੰਗ ਪੁਆਇੰਟ ਕੀ ਹੁੰਦਾ ਇਸ ਦਾ? ਕਾਫੀ ਹਾਈ ਹੁੰਦਾ ਹੈ ਤੇ ਅਨਰਿਐਕਟਿਵ ਹੁੰਦਾ ਹੈ। ਇਹ ਕੀ ਹੁੰਦਾ ਆਪਣੇ ਕੋਲ? ਅਨਰਿਐਕਟਿਵ ਹੁੰਦਾ ਹੈਗਾ। ਤੇ ਇਹ ਆਪਣੇ ਕੋਲ ਕੀ ਹੁੰਦਾ? ਇੱਕ ਰਿਫਰੈਕਟਿਵ ਮਟੀਰੀਅਲ ਹੁੰਦਾ ਹੈ। ਰਿਫਰੈਕਟਿਵ ਮਟੀਰੀਅਲ, ਰਿਫਰੈਕਟਿਵ ਮਟੀਰੀਅਲ। ਇਹ ਰਿਫਰੈਕਟਿਵ ਮਟੀਰੀਅਲ ਦਾ ਕੀ ਮਤਲਬ ਹੈਗਾ? ਬਿਕੋਜ਼ ਇਸ ਦਾ ਜਿਹੜਾ ਮੈਲਟਿੰਗ ਪੁਆਇੰਟ ਹੈਗਾ ਕਾਫੀ ਹਾਈ ਹੁੰਦਾ ਹੈ, ਇਸ ਕਰਕੇ ਰਿਫਰੈਕਟਿਵ ਮਟੀਰੀਅਲ ਦੇ ਤੌਰ 'ਤੇ ਕੀ ਕੀਤਾ ਜਾਂਦਾ ਹੈ? ਯੂਜ਼ ਕੀਤਾ ਜਾਂਦਾ ਹੈ। ਮਤਲਬ ਇਹੋ ਜਿਹੀ ਜਗ੍ਹਾ 'ਤੇ ਜਿੱਥੇ ਆਪਾਂ ਨੂੰ ਕਾਫੀ ਟੈਂਪਰੇਚਰ 'ਤੇ ਚਾਹੀਦਾ ਹੋਵੇ ਅਤੇ ਕੋਈ ਚੀਜ਼ ਪਿਘਲੇ ਨਾ, ਤਾਂ ਉੱਥੇ ਆਪਾਂ ਯੂਜ਼ ਕਰਦੇ ਕਿਸ ਦਾ? ਸਿਲਿਕਾ ਦਾ। ਬਿਕੋਜ਼ ਇਸ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਕੀ ਹੁੰਦਾ? ਕਾਫੀ ਹਾਈ ਹੁੰਦਾ ਹੈ। ਇਸ ਦਾ ਰੀਜ਼ਨ ਲਿਖ ਲਓ, ਮੈਲਟਿੰਗ ਪੁਆਇੰਟ ਇਜ਼ ਹਾਈ। ਤੇ ਕੁਐਸਚਨ ਕਿਸ ਤਰ੍ਹਾਂ ਬਣੇਗਾ ਆਪਣੇ ਕੋਲ? ਸਿੰਪਲੀ ਤੁਹਾਡੇ ਤੋਂ ਕੁਐਸਚਨ ਬਣੇਗਾ ਸਿਲਿਕਾ ਦਾ ਫਾਰਮੂਲਾ ਕੀ ਹੁੰਦਾ ਹੈ? ਤਾਂ ਸਿਲਿਕਾ ਦਾ ਫਾਰਮੂਲਾ ਹੁੰਦਾ ਆਪਣੇ ਕੋਲ ਸਿੰਪਲ SiO2। ਚਲੋ, ਇਹ ਵਾਲਾ ਟੌਪਿਕ ਸਿੰਪਲ ਜਿਹਾ ਸੀ, ਆਪਾਂ ਨੂੰ ਪਤਾ ਹੋਣਾ ਚਾਹੀਦਾ ਸੀ। ਬਟ ਜਿਹੜਾ ਨੈਕਸਟ ਟੌਪਿਕ ਹੈ ਇਹ ਮੋਸਟ ਇੰਪੋਰਟੈਂਟ ਹੈ, ਜਿਸ ਨੂੰ ਆਪਾਂ ਬੋਲ ਦੇਂਗੇ ਸਿਲੀਕੇਟਸ। ਇਹ ਸਿਲੀਕੇਟਸ ਆਪਣੇ ਲਈ ਕੀ ਹੈਗਾ? ਮੋਸਟ ਇੰਪੋਰਟੈਂਟ ਟੌਪਿਕ ਹੈਗਾ। ਤਾਂ ਸਿਲੀਕੇਟਸ 'ਚ ਬੇਸਿਕਲੀ ਹੁੰਦਾ ਕੀ ਆਪਣੇ ਕੋਲ? ਇੱਕ ਯੂਨਿਟ ਹੁੰਦੀ ਹੈਗੀ ਜਿਹਨੂੰ ਆਪਾਂ ਬੋਲਦੇ ਹਾਂ ਸਿਲਿਕਾ ਯੂਨਿਟ। ਇੱਕ ਕੀ ਹੁੰਦੀ ਆਪਣੇ ਕੋਲ? ਯੂਨਿਟ ਹੁੰਦੀ ਹੈ SiO4 4-। ਠੀਕ ਹੈ, ਇਸ ਨੂੰ ਆਪਾਂ ਕੀ ਬੋਲ ਦੇਂਗੇ? ਬੇਸਿਕ ਯੂਨਿਟ ਬੋਲਦੇ ਹਾਂ। ਇਸ ਨੂੰ ਕੀ ਬੋਲ ਦੇਂਗੇ ਆਪਾਂ? ਬੇਸਿਕ ਯੂਨਿਟ। ਹੁਣ ਇਹ ਬੇਸਿਕ ਯੂਨਿਟ ਡਰਾਈਵ ਕਿੱਥੋਂ ਆਪਣੇ ਕੋਲ? ਸਿਲਿਸਿਕ ਐਸਿਡ ਤੋਂ। ਡਰਾਈਵਡ ਫਰੋਮ ਸਿਲਿਸਿਕ ਐਸਿਡ। ਸਿਲਿਸਿਕ ਐਸਿਡ। ਇਹ ਸਿਲਿਸਿਕ ਐਸਿਡ ਦਾ ਫਾਰਮੂਲਾ ਯਾਦ ਰੱਖਿਓ, ਆਪਣੇ ਕੋਲ ਹੁੰਦਾ ਹੈਗਾ H4SiO4। ਹੁਣ ਜੇ ਮੈਂ ਚਾਰੇ ਇਸ ਨੂੰ ਤੋੜਨਾ ਹੋਵੇ, ਤੋੜ ਕੇ ਕਿਸ ਤਰ੍ਹਾਂ ਲਿਖੂੰਗਾ? 4H ਪਲਸ SiO4 4-। ਤਾਂ ਇਹ ਕੀ ਹੁੰਦੀ ਹੈ ਆਪਣੇ ਕੋਲ? ਇੱਕ ਬੇਸਿਕ ਯੂਨਿਟ ਹੁੰਦੀ ਹੈ। ਠੀਕ ਹੈ, ਇਹ ਵਾਲੀ ਕੀ ਹੁੰਦੀ ਹੈਗੀ? ਸਿਲੀਕੇਟਸ ਦੇ ਅੰਦਰ ਬੇਸਿਕ ਯੂਨਿਟ ਹੁੰਦੀ ਹੈ। ਤਾਂ ਇਹ ਗੱਲ ਯਾਦ ਰੱਖਿਓ, ਇਹ ਵਾਲੀ ਹੁੰਦੀ ਹੈ ਆਪਣੇ ਕੋਲ ਬੇਸਿਕ ਯੂਨਿਟ ਇਨ ਸਿਲੀਕੇਟਸ। ਬੇਸਿਕ ਯੂਨਿਟ ਇਨ ਸਿਲੀਕੇਟਸ। ਚਲੋ, ਇਹ ਤਾਂ ਆਪਾਂ ਨੂੰ ਪਤਾ ਚੱਲ ਗਿਆ ਸਿਲੀਕੇਟਸ ਅੰਦਰ ਬੇਸਿਕ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ? SiO4 4-। ਹੁਣ ਇਸ ਦਾ ਸਟਰਕਚਰ ਦੇਖੋ ਆਪਣੇ ਕੋਲ ਕਿਸ ਤਰ੍ਹਾਂ ਹੁੰਦਾ ਹੈਗਾ। ਡਾਇਰੈਕਟਲੀ ਤੁਹਾਡੇ ਤੋਂ ਕੁਐਸਚਨ ਬਣੇਗਾ ਸਟਰਕਚਰ ਕਿਸ ਟਾਈਪ ਦਾ ਹੁੰਦਾ ਆਪਣੇ ਕੋਲ। ਦੇਖੋ, ਇੱਕ ਆਪਣੇ ਕੋਲ ਸਿਲੀਕੋਨ ਹੈ, ਨਾਲ ਆਪਣੇ ਕੋਲ 4 ਆਕਸੀਜਨ ਅਟੈਚ ਨੇ। ਸਿਲੀਕੋਨ ਦੇ ਨਾਲ 4 ਆਕਸੀਜਨ ਅਟੈਚ ਨੇਗੇ। ਕਲੀਅਰ ਹੈ? ਤਾਂ ਆਪਣੇ ਕੋਲ ਸਟਰਕਚਰ ਦੇਖੋ ਇਸ ਦਾ ਕਿਸ ਤਰ੍ਹਾਂ ਬਣ ਗਿਆ? ਟੈਟਰਾਹੈਡਰਲ ਸਟਰਕਚਰ ਬਣ ਗਿਆ। ਇਸ ਤਰ੍ਹਾਂ ਸਟਰਕਚਰ ਬਣ ਗਿਆ ਟੈਟਰਾਹੈਡਰਲ। ਬਟ ਉਹਦੇ 4 ਨੈਗੇਟਿਵ ਚਾਰਜ ਨਹੀਂ। ਤਾਂ 4 ਨੈਗੇਟਿਵ ਚਾਰਜ ਕਿੱਥੋਂ ਹੋਣਗੇ? ਹਰ ਇੱਕ ਆਕਸੀਜਨ 'ਤੇ ਕੀ ਹੁੰਦਾ ਆਪਣੇ ਕੋਲ? ਇੱਕ ਨੈਗੇਟਿਵ ਚਾਰਜ ਪ੍ਰੈਜ਼ੈਂਟ ਹੁੰਦਾ ਹੈ। ਹਰ ਇੱਕ ਆਕਸੀਜਨ 'ਤੇ ਕੀ ਹੁੰਦਾ ਹੈ? ਇੱਕ ਨੈਗੇਟਿਵ ਚਾਰਜ ਪ੍ਰੈਜ਼ੈਂਟ ਹੁੰਦਾ ਹੈ। ਹੁਣ ਤੁਹਾਨੂੰ ਥੋੜ੍ਹਾ ਯਾਦ ਆਏਗਾ, ਜੇ ਆਕਸੀਜਨ 'ਤੇ ਇੱਕ ਨੈਗੇਟਿਵ ਚਾਰਜ ਹੁੰਦਾ ਹੈ ਤਾਂ ਹਮੇਸ਼ਾ ਕੀ ਫਾਰਮ ਕਰਦਾ ਹੁੰਦਾ ਹੈ?
ਸਿੰਗਲ ਬੌਂਡ ਦਾ ਫਾਰਮੇਸ਼ਨ ਕਰਦਾ ਹੁੰਦਾ ਹੈ। ਤਾਂ ਇਸੇ ਕਰਕੇ ਆਪਾਂ ਨੇ ਕੀ ਬਣਾਏ ਨੇ ਉਰੇ ਸਿੰਗਲ ਬੌਂਡਸ ਬਣਾਏ ਨੇ, ਬਿਕੋਜ਼ ਜਦੋਂ ਆਕਸੀਜਨ ਤੇ ਨੈਗੇਟਿਵ ਚਾਰਜ ਹੁੰਦਾ ਹੈ ਇਹ ਫਲੋਰੀਨ ਵਰਗਾ ਹੁੰਦਾ ਹੈ, ਤੇ ਫਲੋਰੀਨ ਵੀ ਆਪਣੇ ਕੋਲ ਕੀ ਬਣਾਉਂਦਾ ਹੈਗਾ, ਸਿਰਫ ਇੱਕ ਬੌਂਡ ਬਣਾਉਂਦਾ ਹੈ। ਇਸ ਕਰਕੇ ਇਹ ਵਾਲਾ ਸਟਰਕਚਰ ਕਿਸ ਦਾ ਹੁੰਦਾ ਆਪਣੇ ਕੋਲ, ਇੱਕ ਸਿਲਿਕਾ ਯੂਨਿਟਸ ਹੁੰਦਾ, ਇੱਕ SiO4 4- ਯੂਨਿਟ ਦਾ ਹੁੰਦਾ ਹੈ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ ਦਾ ਸਟਰਕਚਰ ਕਿਸ ਤਰ੍ਹਾਂ ਹੋ ਗਿਆ, ਟੈਟਰਾਹੈਡਰਲ ਹੋ ਗਿਆ। ਠੀਕ ਹੈ, ਇਸ ਦਾ ਸਟਰਕਚਰ ਕਿਹੜਾ ਹੋ ਗਿਆ ਆਪਣੇ ਕੋਲ, ਟੈਟਰਾਹੈਡਰਲ ਸਟਰਕਚਰ ਹੋ ਗਿਆ। ਹੁਣ ਦੇਖੋ ਆਪਣੇ ਕੋਲ ਸਭ ਤੋਂ ਬੇਸਿਕ ਕੁਐਸਚਨ ਕੀ ਬਣੇਗਾ, ਤੁਹਾਡੇ ਤੋਂ ਪੁੱਛੇਗਾ ਸਿਲੀਕੇਟਸ ਦੇ ਅੰਦਰ ਬੇਸਿਕ ਯੂਨਿਟ ਕਿਹੜੀ ਹੁੰਦੀ ਹੈ, ਤਾਂ ਉੱਥੇ ਆਨਸਰ ਆਏਗਾ ਆਪਣਾ SiO4 4- ਤੇ ਡਰਾਈਵ ਕਿਸ ਤੋਂ ਇਹ, ਸਿਲਿਸਿਕ ਐਸਿਡ ਤੋਂ। ਸਿਲਿਸਿਕ ਐਸਿਡ ਦਾ ਫਾਰਮੂਲਾ ਕੀ ਹੁੰਦਾ ਹੈ, H4SiO4, ਇਸ ਨੂੰ ਆਪਾਂ ਬੋਲ ਦਿਆਂਗੇ ਸਿਲਿਸਿਕ ਐਸਿਡ। ਹੁਣ ਇਸ ਤੋਂ ਬਾਅਦ ਦੇਖੋ ਇਹ ਤਾਂ ਆਪਣੇ ਕੋਲ ਇੱਕ ਯੂਨਿਟ ਦੀ 3D ਰਿਪਰੈਜ਼ੈਂਟੇਸ਼ਨ ਹੈ, ਮਤਲਬ 3D 'ਚ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ। ਪਰ ਜੇ ਇਸੇ ਸਟਰਕਚਰ ਨੂੰ ਆਪਾਂ ਨੇ 2D 'ਚ ਰਿਪਰੈਜ਼ੈਂਟ ਕਰਨਾ ਹੋਵੇ, ਦੇਖੋ ਇਹ ਤਾਂ ਆਪਣੇ ਕੋਲ ਹੋ ਗਈ 3D ਸਟਰਕਚਰ, ਜਿਹੜਾ ਕਿ ਆਪਣੇ ਕੋਲ ਕਿਹੜੀ ਫਾਰਮ ਦਿਖ ਰਹੀ ਹੈ ਆਪਾਂ ਨੂੰ, ਟੈਟਰਾਹੈਡਰਲ ਫਾਰਮ ਦਿਖ ਰਹੀ ਹੈ। ਬਟ ਜੇ ਇਸ ਨੂੰ ਆਪਾਂ ਨੇ 2D ਦੇ ਅੰਦਰ ਰਿਪਰੈਜ਼ੈਂਟ ਕਰਨਾ ਹੋਵੇ, ਠੀਕ ਹੈ, ਇਸ ਨੂੰ ਆਪਾਂ ਨੇ 2D ਦੇ ਅੰਦਰ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ। ਇਹ ਜਿਹੜਾ ਇਹ ਮੇਰੇ ਕੋਲ ਸਰਕਲ ਹੈ ਇਹ ਸਿਲੀਕੋਨ ਨੂੰ ਦਿਖਾ ਰਹੇਗਾ, ਇੱਕ ਆਕਸੀਜਨ, ਦੂਜਾ ਆਕਸੀਜਨ, ਤੀਜਾ ਆਕਸੀਜਨ ਤੇ ਚੌਥਾ ਆਕਸੀਜਨ। ਇਹ ਇਸ ਤਰ੍ਹਾਂ ਆਪਾਂ ਕਿਸ ਨੂੰ ਸ਼ੋ ਕਰ ਦਿਆਂਗੇ, ਸਿਲੀਕੇਟਸ ਦੀ ਇੱਕ ਯੂਨਿਟ ਨੂੰ ਸ਼ੋ ਕਰਾਂਗੇ। ਹੁਣ ਇਸ ਦਾ ਮਤਲਬ ਕੀ ਹੁੰਦਾ ਹੈ ਮੈਂ ਉਸ ਨੂੰ ਸਮਝਾਊਂਗਾ। ਦੇਖੋ ਇਹ ਹੁੰਦੀ ਹੈ ਇਸ ਦੀ 2D ਰਿਪਰੈਜ਼ੈਂਟੇਸ਼ਨ, 2D ਰਿਪਰੈਜ਼ੈਂਟੇਸ਼ਨ। ਦੇਖੋ ਸਟਰਕਚਰ ਨੂੰ ਈਜ਼ੀਫਾਈ ਕਰਨ ਲਈ ਆਪਾਂ ਨੇ ਜਿਹੜਾ 3D ਸਟਰਕਚਰ ਸੀ ਆਪਣੇ ਕੋਲ ਇਸ ਟਾਈਪ ਦਾ, ਉਸ ਨੂੰ ਇਸ ਟਾਈਪ ਦੀ 2D ਫਾਰਮ 'ਚ ਰਿਪਰੈਜ਼ੈਂਟ ਕਰ ਦਿੰਦੇ ਹਾਂ। ਉਰੇ ਸਰਕਲ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ, ਆਕਸੀਜਨ ਐਟਮ ਨੂੰ। ਸਰਕਲ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ, ਆਕਸੀਜਨ ਐਟਮ ਨੂੰ। ਤੇ ਜਿਹੜਾ ਆਪਣੇ ਕੋਲ ਡਾਟ ਹੈ ਇਸ ਤਰ੍ਹਾਂ ਦਾ, ਇਹ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ, ਸਿਲੀਕੋਨ। ਇਹ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ, ਸਿਲੀਕੋਨ ਐਟਮ ਨੂੰ। ਤਾਂ ਉਹ ਧਿਆਨ ਨਾਲ ਦੇਖੋ ਆਪਣੇ ਕੋਲ 4 ਸਰਕਲ ਨੇਗੇ, ਮਤਲਬ 4 ਆਕਸੀਜਨ ਨੇ, ਤੇ ਇੱਕ ਦੇਖੋ ਪਹਿਲਾ ਸਰਕਲ, ਦੂਸਰਾ ਸਰਕਲ, ਤੀਸਰਾ ਸਰਕਲ ਤੇ ਚੌਥਾ ਸਰਕਲ। 4 ਸਰਕਲ ਨੇ ਮਤਲਬ ਆਕਸੀਜਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜਿਹੜਾ ਵਿੱਚ ਆਪਣੇ ਕੋਲ ਕੀ ਹੈਗਾ, ਡਾਟ ਹੈਗਾ, ਕਾਫੀ ਡਾਰਕ ਡਾਟ ਹੈ, ਇਹ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ, ਸਿਲੀਕੋਨ ਐਟਮ ਨੂੰ। ਮਤਲਬ ਇਹ ਵਾਲੇ ਸਟਰਕਚਰ ਨੂੰ ਆਪਾਂ ਇਸ ਫਾਰਮ ਦੇ ਅੰਦਰ ਕੀ ਕਰ ਸਕਦੇ ਹਾਂਗੇ, ਰਿਪਰੈਜ਼ੈਂਟ ਕਰ ਸਕਦੇ ਹਾਂ। ਤੇ ਇਸ ਨੂੰ ਬੋਲਦੇ ਹਾਂ ਇਸ ਦੀ 2D ਰਿਪਰੈਜ਼ੈਂਟੇਸ਼ਨ। ਜਿਹੜੀ ਆਪਣੇ ਕੋਲ ਇੱਕ ਬੇਸਿਕ ਯੂਨਿਟ ਹੁੰਦੀ ਹੈਗੀ, ਇਸ ਦੀ ਜਿਹੜੀ 2D ਰਿਪਰੈਜ਼ੈਂਟੇਸ਼ਨ ਹੁੰਦੀ ਆਪਾਂ ਇਸ ਫਾਰਮ ਦੇ ਅੰਦਰ ਕੀ ਕਰ ਸਕਦੇ ਹਾਂਗੇ, ਸ਼ੋ ਕਰ ਸਕਦੇ ਹਾਂ। ਹੁਣ ਦੇਖੋ ਹਰ ਇੱਕ ਆਕਸੀਜਨ ਤੇ ਨੈਗੇਟਿਵ ਚਾਰਜ ਵੀ ਹੋਊਗਾ, ਹਰ ਇੱਕ ਆਕਸੀਜਨ ਤੇ ਨੈਗੇਟਿਵ ਚਾਰਜ ਵੀ ਹੋਊਗਾ। ਤਾਂ ਇਹ ਵੀ ਗੱਲ ਧਿਆਨ ਰੱਖਿਓ, ਹਰ ਇੱਕ ਆਕਸੀਜਨ ਦੀ ਕੀ ਆਪਣੇ ਕੋਲ ਨੈਗੇਟਿਵ ਚਾਰਜ। ਤਾਂ ਇਹ ਹੋ ਗਿਆ ਆਪਣੇ ਕੋਲ ਬੇਸਿਕ ਰਿਪਰੈਜ਼ੈਂਟੇਸ਼ਨ। ਹੁਣ ਇਹ ਦੇਖੋ ਆਪਣੇ ਕੋਲ ਅੱਗੇ ਆਪਾਂ ਪੜ੍ਹਦੇ ਹਾਂਗੇ ਜਿਹੜਾ ਮੋਸਟ ਇੰਪੋਰਟੈਂਟ, ਜਿੱਥੋਂ ਐਗਜ਼ਾਮ ਦੇ ਅੰਦਰ ਰਿਪੀਟਡ ਕੁਐਸਚਨ ਆਉਂਦੇ ਨੇਗੇ, ਕਲਾਸੀਫਿਕੇਸ਼ਨ ਆਫ ਸਿਲੀਕੇਟਸ। ਕਲਾਸੀਫਿਕੇਸ਼ਨ ਆਫ ਸਿਲੀਕੇਟਸ। ਤਾਂ ਆਪਣੇ ਕੋਲ ਸਿਲੀਕੇਟ 'ਚ ਸਭ ਤੋਂ ਪਹਿਲੀ ਕੈਟਾਗਰੀ ਆਉਂਦੀ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਕਿ ਔਰਥੋ ਸਿਲੀਕੇਟ। ਸਭ ਤੋਂ ਪਹਿਲਾ ਸਿਲੀਕੇਟ ਕਿਹੜਾ ਆਉਂਦਾ ਹੈ, ਔਰਥੋ ਸਿਲੀਕੇਟ। ਯਾਦ ਰੱਖਣੇ ਨੇ ਜਿਹੜੇ ਪੁਆਇੰਟਸ ਨੂੰ ਮੈਂ ਦੱਸੂਗਾ ਔਰਥੋ ਸਿਲੀਕੇਟ ਦੇ ਬਾਰੇ। ਠੀਕ ਹੈ, ਸਿਲੀਕੇਟ ਸਪੈਸ਼ਲੀ ਤੁਹਾਡੇ ਸਿਲੇਬਸ 'ਚ ਮੈਂਸ਼ਨ ਕੀਤਾ ਹੋਏਗਾ। ਠੀਕ ਹੈ ਨਾ, ਜੇ ਤੁਸੀਂ ਸਿਲੇਬਸ ਚੈੱਕ ਕਰੋਗੇ ਨਾ ਤਾਂ ਤੁਹਾਨੂੰ ਸਪੈਸ਼ਲੀ ਉੱਥੇ ਦਿਖੇਗਾ ਸਿਲੀਕੇਟਸ ਵਾਲਾ ਟੌਪਿਕ, ਇਸ ਲਈ ਇਹ ਡਿਟੇਲ 'ਚ ਕਰਵਾਉਂਗਾ ਤੁਹਾਨੂੰ ਮੈਂ। ਔਰਥੋ ਸਿਲੀਕੇਟ ਕੀ ਹੁੰਦਾ ਹੈ, ਸਿੰਪਲ ਜਿਹੜੀ ਆਪਣੇ ਕੋਲ ਇੱਕ ਯੂਨਿਟ ਹੁੰਦੀ ਹੈ ਸਿਲੀਕੇਟ ਦੀ, ਮਤਲਬ SiO4 4- ਯੂਨਿਟ ਨੂੰ ਹੀ ਆਪਾਂ ਕੀ ਬੋਲ ਦਿੰਦੇ ਹਾਂ, ਔਰਥੋ ਸਿਲੀਕੇਟ ਬੋਲਦੇ ਨੇ। ਤੇ ਜੇ ਤੁਹਾਡੇ ਤੋਂ ਪੁੱਛ ਲਏ ਔਰਥੋ ਸਿਲੀਕੇਟ ਕੀ ਹੁੰਦਾ ਹੈਗਾ, ਤਾਂ ਸਿੰਪਲ ਜਦੋਂ ਆਪਣੇ ਕੋਲ ਇੱਕ ਯੂਨਿਟ ਹੁੰਦੀ ਹੈ ਕਿਸ ਦੀ, SiO4 4- ਦੀ, ਉਸ ਨੂੰ ਆਪਾਂ ਕੀ ਬੋਲਦੇ ਨੇਗੇ, ਔਰਥੋ ਸਿਲੀਕੇਟ। ਜਿਸ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਹੋਵੇ, ਇਹ ਹੋ ਗਿਆ ਆਪਣੇ ਕੋਲ ਸਿਲੀਕਨ ਐਟਮ। ਠੀਕ ਹੈ, ਇਸ ਨਾਲ ਕੀ ਲੱਗੇ ਹੋਣਗੇ 4 ਆਕਸੀਜਨ ਐਟਮ। ਠੀਕ ਹੈ, 3 ਮੈंने ਸ਼ੋ ਕਰਤੇ ਤੇ ਇੱਕ ਆਪਣੇ ਕੋਲ ਇਸ ਤਰ੍ਹਾਂ ਕੀ ਕਰ ਦਿੰਦੇ ਆ, ਸ਼ੋ ਕਰ ਦਿੰਦੇ ਆ। ਤੇ ਹਰ ਇੱਕ ਆਕਸੀਜਨ ਤੇ ਕੀ ਹੋਊਗਾ, ਨੈਗੇਟਿਵ, ਜਿਸ ਨੂੰ ਮੈਂ 4- ਦੀ ਫਾਰਮ 'ਚ ਕੀ ਕਰ ਦੇਣਾ, ਰਿਪਰੈਜ਼ੈਂਟ ਕਰ ਦੇਣਾ। ਤਾਂ ਇਹ ਕਿਸ ਦਾ ਸਟਰਕਚਰ ਹੋ ਗਿਆ ਆਪਣੇ ਕੋਲ, ਔਰਥੋ ਸਿਲੀਕੇਟ ਦਾ ਸਟਰਕਚਰ ਹੋ ਗਿਆ। ਔਰਥੋ ਸਿਲੀਕੇਟ ਕੁਛ ਨਹੀਂ ਹੁੰਦਾ, ਸਿਰਫ ਇੱਕ ਯੂਨਿਟ ਹੀ ਹੁੰਦੀ ਹੈ ਆਪਣੇ ਕੋਲ। ਹੁਣ ਜਿਹੜਾ ਨੈਕਸਟ ਇੰਪੋਰਟੈਂਟ ਹੈ ਆਪਣੇ ਕੋਲ, ਡੈਟ ਇਜ਼ ਪਾਇਰੋਸਿਲੀਕੇਟ। ਠੀਕ ਹੈ, ਜਿਹੜਾ ਨੈਕਸਟ ਆਪਾਂ ਡਿਸਕਸ ਕਰਨਾ ਹੈਗਾ ਪਾਇਰੋਸਿਲੀਕੇਟ। ਪਾਇਰੋਸਿਲੀਕੇਟ ਦੇਖੋ ਪਾਇਰੋਸਿਲੀਕੇਟ 'ਚ ਕੀ ਹੁੰਦਾ ਹੈਗਾ, ਆਪਣੇ ਕੋਲ ਇੱਕ ਆਕਸੀਜਨ ਐਟਮ ਕੀ ਹੁੰਦਾ ਹੈਗਾ, ਕਾਮਨ ਹੁੰਦਾ ਹੈ ਬਿਟਵੀਨ 2 ਯੂਨਿਟਸ। ਠੀਕ ਹੈ, ਕੀ ਮਤਲਬ ਹੈ ਉਹ ਆਪਾਂ ਦੇਖਾਂਗੇ। 1 ਆਕਸੀਜਨ ਐਟਮ ਤੇ 1 ਆਕਸੀਜਨ ਐਟਮ ਇਜ਼ ਕਾਮਨ ਬਿਟਵੀਨ 2 ਯੂਨਿਟਸ। 1 ਆਕਸੀਜਨ ਐਟਮ ਇਜ਼ ਕਾਮਨ ਬਿਟਵੀਨ 2 ਯੂਨਿਟਸ। ਤੇ 2 ਯੂਨਿਟਸ SiO4 4- 'ਚ ਇੱਕ ਆਕਸੀਜਨ ਐਟਮ ਕਾਮਨ ਹੁੰਦਾ ਹੈ। ਹੁਣ ਇਸ ਦਾ ਮਤਲਬ ਕੀ ਹੋਇਆ, ਦੁਬਾਰਾ ਸਮਝੋ।
देखो मैं 2 यूनिट्स ਨੂੰ ड्रॉ कर ਦਾਂਗਾ, ठीक है। मेरे को की हैगा 2 यूनिट्स नहीं है, कुछ इस तरह की, ठीक है। 1 यूनिट ਨੂੰ मैं की करता ड्रॉ करता सिलिकेट सी। ਤਾਂ ਹੁਣ देखो ਜਿਹੜੀ ਆਪਣੇ ਕੋਲ दूसरी यूनिट है उसका एक ऑक्सीजन एटम अपन की लेना कॉमन लेना, एक ऑक्सीजन एटम की रखना है कॉमन। मतलब हम जी दूसरी यूनिट बनावे आप कुछ इस फॉर्म से बनावे। तो ध्यान नाल देखो मैंने की किया 2 यूनिट्स लिया ने, 2 यूनिट्स लिए ने उस एक ऑक्सीजन एटम की ले लिया कॉमन। तो इसनों आप बोल देंगे पायरोसिलिकेट। तो पायरोसिलिकेट के केस की होंगे अपने को 2 यूनिट्स के विचकार, ठीक है, एक ऑक्सीजन एटम की होंगे कॉमन होंगे। ਹੁਣ ਦੇਖੋ ਜਦੋਂ ਆਪਣੇ ਕੋਲ ਇੱਕ ਆਕਸੀਜਨ ਯੂਨਿਟ ਕਾਮਨ ਹੋ ਗਈ ਤਾਂ ਇਹ ਵਾਲੇ ਆਕਸੀਜਨ ਦੇ ਕਿੰਨੇ ਬਣ ਗਏ ਬੌਂਡ, 2 ਬੌਂਡ ਬਣ ਗਏ। ਇਹ ਵਾਲੇ ਆਕਸੀਜਨ ਦੇ 2 ਯੂਨਿਟਸ ਨਾਲ ਸ਼ੇਅਰ ਹੋ ਗਿਆ। ਤਾਂ ਜਿਹੜਾ ਵੀ ਸ਼ੇਅਰਿੰਗ ਵਾਲਾ ਆਪਣੇ ਕੋਲ ਆਕਸੀਜਨ ਐਟਮ ਹੋਊਗਾ ਉਹ ਨਿਊਟਰਲ ਹੁੰਦਾ ਹੈ। ਤਾਂ ਇੱਕ ਗੱਲ ਯਾਦ ਰੱਖਿਓ, ਫ੍ਰੀ ਆਕਸੀਜਨ ਹੁੰਦਾ ਜਿਹੜਾ ਉਸ 'ਤੇ ਹੁੰਦਾ ਆਪਣੇ ਕੋਲ ਨੈਗੇਟਿਵ ਚਾਰਜ, ਬਟ ਜਿਹੜਾ ਸ਼ੇਅਰਿੰਗ 'ਚ ਆਕਸੀਜਨ ਇਨਵੋਲਵ ਹੋ ਜੇ, ਸ਼ੇਅਰਿੰਗ 'ਚ ਆਕਸੀਜਨ ਇਨਵੋਲਵ ਹੋ ਜੇ ਤਾਂ ਉਹ 2 ਬੌਂਡ ਬਣਾ ਲੈਂਦਾ। ਤਾਂ ਉਹ ਬੇਸਿਕ ਕੀ ਹੁੰਦਾ ਆਪਣੇ ਕੋਲ ਨਿਊਟਰਲ ਹੁੰਦਾ। ਕੀ ਮੀਨਿੰਗ ਹੈ ਆਪਾਂ ਦੁਬਾਰਾ ਦੇਖਾਂਗੇ। ਸਭ ਤੋਂ ਪਹਿਲੀ ਗੱਲ ਆਪਾਂ ਨੇ ਸਿਲੀਕੇਟਸ ਦੀ ਕਲਾਸੀਫਿਕੇਸ਼ਨ ਕੀਤੀ। ਸਭ ਤੋਂ ਪਹਿਲਾਂ ਆਪਾਂ ਨੇ ਦੇਖਿਆ ਔਰਥੋਸਿਲੀਕੇਟ। ਔਰਥੋਸਿਲੀਕੇਟ ਦਾ ਕੀ ਮਤਲਬ ਹੁੰਦਾ ਹੈ, ਸਿੰਪਲ ਇੱਕ ਯੂਨਿਟ। ਉਸ ਤੋਂ ਬਾਅਦ ਸੈਕਿੰਡ ਕੈਟਾਗਰੀ ਹੁੰਦੀ ਹੈ ਆਪਣੇ ਕੋਲ ਦੈਟ ਇਜ਼ ਪਾਇਰੋਸਿਲੀਕੇਟ। ਪਾਇਰੋਸਿਲੀਕੇਟ 'ਚ ਕੀ ਹੁੰਦਾ ਹੈ, 2 ਸਿਲੀਕੇਟਸ ਦੀ ਯੂਨਿਟ 'ਚ ਇੱਕ ਆਕਸੀਜਨ ਐਟਮ ਕੀ ਹੁੰਦਾ ਕਾਮਨ ਹੁੰਦਾ। ਤਾਂ ਇਸ ਟਾਈਪ ਦਾ ਸਟਰਕਚਰ ਬਣੇਗਾ, ਠੀਕ ਹੈ। ਸਟਰਕਚਰ ਸੋ ਹੁਣ ਇਸ ਤਰ੍ਹਾਂ ਐਕਸਟੈਂਡਡ ਹੁੰਦਾ ਰਹੇਗਾ ਇਸ ਤਰ੍ਹਾਂ, ਬਟ ਇੱਕ ਆਕਸੀਜਨ ਯੂਨਿਟ ਕੀ ਰਹੇਗੀ, ਕਾਮਨ ਰਹੇਗੀ। ਹੁਣ ਦੇਖੋ ਜੇ ਆਪਾਂ ਨੇ ਪਾਇਰੋਸਿਲੀਕੇਟਸ ਦਾ ਫਾਰਮੂਲਾ ਲਿਖਣਾ ਹੋਵੇ, ਇਹ ਫਾਰਮੂਲਾ ਹੁਣ ਫਾਰਮੂਲਾ ਲਿਖਣ ਦੇ 2 ਆਪਸ਼ਨ ਨੇ। ਮੈਕਸਿਮਮ ਸਟੂਡੈਂਟ ਕੀ ਕਰਦੇ ਨੇ, ਰੱਟ ਲੈਂਦੇ ਨੇ ਬਿਕੋਜ਼ ਐਗਜ਼ਾਮ 'ਚ ਡਾਇਰੈਕਟਲੀ ਪੁੱਛਿਆ ਜਾਂਦਾ। ਬਟ ਇਸ ਨੂੰ ਆਪਾਂ ਬਾਈ ਲੌਜਿਕ ਸੋਲਵ ਕਰ ਸਕਦੇ ਹਾਂ। ਦੇਖੋ ਤੁਸੀਂ ਇੱਕ ਯੂਨਿਟ ਨੂੰ ਲੈ ਲਓ ਤੇ ਇੱਕ ਯੂਨਿਟ ਨੂੰ ਕੰਸੀਡਰ ਕਰੋ। ਮੈਂ ਇੰਨੀ ਇੱਕ ਯੂਨਿਟ ਨੂੰ ਕੰਸੀਡਰ ਕਰਦਾ। ਆਪਾਂ ਇੱਕ ਯੂਨਿਟ ਦੇ ਰਿਸਪੈਕਟ 'ਚ ਕੀ ਬਣਾਉਣਾ ਹੁੰਦਾ ਹੈ, ਫਾਰਮੂਲਾ। ਹੁਣ ਦੇਖੋ ਉਰੇ ਇੱਕ ਯੂਨਿਟ 'ਚ ਕਿੰਨੇ ਸਿਲੀਕਨ ਐਟਮ ਨੇ, ਮੈਨੂੰ ਦਿਖ ਰਿਹਾ ਉਰੇ ਇੱਕ ਸਿਲੀਕਨ ਐਟਮ ਹੈ, ਕਲੀਅਰ ਹੈ। ਆਕਸੀਜਨ ਐਟਮ ਕਿੰਨੇ ਨੇ, ਦੇਖੋ ਇਹ ਵਾਲਾ ਆਕਸੀਜਨ ਐਟਮ ਪੂਰਾ ਹੈਗਾ, ਇਹ ਵਾਲਾ ਆਕਸੀਜਨ ਐਟਮ ਪੂਰਾ ਹੈਗਾ ਤੇ ਇਹ ਵਾਲਾ ਆਕਸੀਜਨ ਐਟਮ ਪੂਰਾ ਹੈਗਾ। ਤਾਂ ਆਕਸੀਜਨ ਕਿੰਨੇ ਨੇ ਆਪਣੇ ਕੋਲ 3। ਬਟ ਜਿਹੜਾ ਇੱਕ ਆਕਸੀਜਨ ਆਪਣੇ ਕੋਲ, ਜਿਹੜਾ ਇੱਕ ਆਕਸੀਜਨ ਹੈਗਾ ਉਹ 2 'ਚ ਸ਼ੇਅਰ ਹੈਗਾ। ਤਾਂ ਇੱਕ ਯੂਨਿਟ 'ਚ ਕਿੰਨਾ ਹਿੱਸਾ ਆਇਆ ਉਸਦਾ, ਇੱਕ ਯੂਨਿਟ 'ਚ ਆਇਆ ਹਾਫ ਹਿੱਸਾ। ਬਿਕੋਜ਼ ਜਿਹੜਾ ਇਹ ਆਕਸੀਜਨ ਹੈ 2 ਯੂਨਿਟਸ ਦਾ ਪਾਰਟ ਹੈ। ਤਾਂ ਇੱਕ ਯੂਨਿਟ 'ਚ ਕਿੰਨਾ ਹਿੱਸਾ ਆਇਆ ਇਸਦਾ, ਹਾਫ। ਮਤਲਬ ਇੱਕ ਆਕਸੀਜਨ ਦਾ ਹਾਫ ਵਾਲਾ ਹਿੱਸਾ ਵੀ ਆ ਗਿਆ। ਤਾਂ ਇਹ ਕੀ ਬਣ ਗਿਆ ਆਪਣੇ ਕੋਲ, ਸਿੰਪਲ ਫਾਰਮੂਲਾ। ਹੁਣ ਦੇਖੋ ਚਾਰਜ ਕਿੰਨਾ ਲਗਾਈਏ ਇਸ 'ਤੇ, ਦੇਖੋ ਚਾਰਜ ਆਪਾਂ ਕਿੰਨਾ ਲਗਾਈਏ। ਦੇਖੋ ਇਸ 'ਤੇ ਆਪਣੇ ਕੋਲ ਨੈਗੇਟਿਵ ਚਾਰਜ ਹੈ, ਇਸ 'ਤੇ ਨੈਗੇਟਿਵ ਚਾਰਜ ਹੈ। ਜਿਹੜਾ ਮਿਡਲ 'ਚ ਇਸ 'ਤੇ ਆਪਣੇ ਕੋਲ ਨੈਗੇਟਿਵ ਚਾਰਜ ਹੈ। ਜਿਹੜਾ ਆਪਣੇ ਕੋਲ ਸ਼ੇਅਰਿੰਗ 'ਚ ਚਲਾ ਗਿਆ ਉਸ ਦਾ ਨੈਗੇਟਿਵ ਚਾਰਜ ਖਤਮ ਹੋ ਜਾਂਦਾ ਹੈ। ਤਾਂ ਇਸ 'ਤੇ ਆਪਣੇ ਕੋਲ, ਤਾਂ ਇਸ 'ਤੇ ਬੇਸਿਕਲੀ ਆਪਣੇ ਕੋਲ ਕਿੰਨਾ ਨੈਗੇਟਿਵ ਚਾਰਜ ਆ ਗਿਆ, 3 ਨੈਗੇਟਿਵ ਚਾਰਜ ਆ ਗਿਆ। ਤਾਂ ਆਪਣੇ ਕੋਲ ਫਾਰਮੂਲਾ ਕੀ ਬਣ ਗਿਆ, SI, ਠੀਕ ਹੈ। ਉਰੇ ਬਣ ਗਿਆ ਆਕਸੀਜਨ 7/2, ਠੀਕ ਹੈ। ਇਹਨਾਂ ਤੋਂ ਹੁਣ ਐਡ ਕੀਤਾ ਆਪਣੇ ਕੋਲ 7/2 ਬਣ ਗਿਆ ਤੇ ਬਣ ਗਿਆ -3। ਹੁਣ ਇਸ ਫਾਰਮੂਲਾ ਆਪਾਂ ਸਿੰਪਲੀਫਾਈ ਕਰ ਲੈਣੇ ਆ ਬਾਈ ਮਲਟੀਪਲਾਈਂਗ ਵਿਦ 2, ਠੀਕ ਹੈ। ਹਰ ਇੱਕ ਚੀਜ਼ ਨੂੰ 2 ਨਾਲ ਮਲਟੀਪਲਾਈ ਕਰ ਦਿਓ ਤਾਂ ਆਪਣੇ ਕੋਲ ਫਾਰਮੂਲਾ ਬਣ ਜਾਏਗਾ Si2O7 ਤੇ ਚਾਰਜ ਨੂੰ ਵੀ 2 ਨਾਲ ਮਲਟੀਪਲਾਈ ਕਰ ਦਿਓ -6। ਤਾਂ ਇਹ ਕੀ ਬਣ ਜਾਏਗਾ ਆਪਣੇ ਕੋਲ, ਫਾਰਮੂਲਾ ਬਣ ਜਾਏਗਾ। ਹਰ ਇੱਕ ਚੀਜ਼ ਨੂੰ, ਸਿਲੀਕਨ ਨੂੰ 2 ਨਾਲ ਮਲਟੀਪਲਾਈ ਕਰਤਾ, ਆਕਸੀਜਨ ਨੂੰ ਵੀ ਤੇ ਚਾਰਜ ਨੂੰ ਵੀ। ਤਾਂ ਇਹ ਕੀ ਬਣ ਜਾਏਗਾ ਆਪਣੇ ਕੋਲ, ਫਾਰਮੂਲਾ ਬਣ ਜਾਏਗਾ ਇਸ ਦਾ ਪਾਇਰੋਸਿਲੀਕੇਟ ਦਾ। ਤਾਂ ਪਾਇਰੋਸਿਲੀਕੇਟ ਦਾ ਆਪਣੇ ਕੋਲ ਸਿੰਪਲ ਜਿਹਾ ਫਾਰਮੂਲਾ ਕੀ ਬਣ ਜਾਏਗਾ, Si2O7 -6। ਹੁਣ ਕੁਐਸਚਨ ਕੀ ਆਏਗਾ ਤੁਹਾਡੇ ਤੋਂ, ਪੁੱਛੇਗਾ ਪਾਇਰੋਸਿਲੀਕੇਟਸ ਦੇ ਅੰਦਰ ਕਿੰਨੇ ਆਕਸੀਜਨ ਐਟਮ ਕਾਮਨ ਹੁੰਦੇ ਨੇ। ਤਾਂ ਆਪਾਂ ਨੂੰ ਯਾਦ ਹੋਣਾ ਚਾਹੀਦਾ ਇੱਕ ਆਕਸੀਜਨ ਐਟਮ ਕਾਮਨ ਹੋਣਾ ਚਾਹੀਦਾ ਹੈ। ਤੇ ਮੋਸਟ ਇੰਪੋਰਟੈਂਟ ਕੁਐਸਚਨ ਕੀ ਬਣੂਗਾ ਕਿ ਪਾਇਰੋਸਿਲੀਕੇਟ ਦਾ ਫਾਰਮੂਲਾ ਕੀ ਹੁੰਦਾ ਹੈ, Si2O7 -6। ਜੇ ਆਪਾਂ ਨੂੰ ਇਹ ਟ੍ਰਿਕ ਯਾਦ ਹੈ ਕਿ ਇੱਕ ਆਕਸੀਜਨ ਐਟਮ ਕਾਮਨ ਹੈ ਤਾਂ ਆਪਾਂ ਇੱਕਦਮ ਹੀ ਫਾਰਮੂਲੇ ਨੂੰ ਕੀ ਕਰ ਸਕਦੇ ਹਾਂਗੇ, ਬਣਾ ਸਕਦੇ ਹਾਂ। ਆਈ ਥਿੰਕ ਇਹ ਵਾਲਾ ਪੁਆਇੰਟ ਸਾਰੇ ਸਟੂਡੈਂਟਸ ਨੂੰ ਕਲੀਅਰ ਹੋ ਚੁੱਕਿਆ ਹੋਣਾ ਕਿ ਪਾਇਰੋਸਿਲੀਕੇਟਸ ਕੀ ਹੁੰਦੇ ਨੇ। ਨੈਕਸਟ ਦੇਖੋ ਆਪਣੇ ਕੋਲ 3rd ਟਾਈਪ ਦੇ ਸਿਲੀਕੇਟਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਬੋਲ ਦਾਂਗੇ ਮੈਟਾਸਿਲੀਕੇਟਸ, ਠੀਕ ਹੈ। ਮੈਟਾਸਿਲੀਕੇਟਸ, ਤਾਂ ਮੈਟਾਸਿਲੀਕੇਟਸ ਦਾ ਫਾਰਮੂਲਾ ਹੁੰਦਾ ਹੈ ਉਹੀ ਸੇਮ ਆਪਣੇ ਕੋਲ ਹੁੰਦਾ ਹੈਗਾ ਸਾਈਕਲਿਕ ਸਿਲੀਕੇਟਸ ਦਾ, ਠੀਕ ਹੈ। ਮੈਟਾਸਿਲੀਕੇਟਸ ਅਲੱਗ ਹੁੰਦੇ ਨੇ ਤੇ ਆਪਣੇ ਕੋਲ ਇੱਕ ਹੁੰਦੇ ਨੇ ਸਾਈਕਲਿਕ ਸਿਲੀਕੇਟਸ, ਸਾਈਕਲਿਕ ਜਾਂ ਇਹਨਾਂ ਨੂੰ ਆਪਾਂ ਬੋਲ ਦੇਣਗੇ ਰਿੰਗ ਸਿਲੀਕੇਟਸ। ਤਾਂ ਦੋਹਾਂ 'ਚ ਸਿਮਿਲੈਰਿਟੀ ਕੀ ਹੈ, ਦੋਹਾਂ ਦਾ ਸੇਮ ਫਾਰਮੂਲਾ ਹੁੰਦਾ ਹੈ। ਦੋ ਹੈਗੇ ਅਲੱਗ-ਅਲੱਗ ਚੀਜ਼ਾਂ ਨੇ ਬਟ ਦੋਹਾਂ ਦਾ ਫਾਰਮੂਲਾ ਕੀ ਆਏਗਾ ਆਪਣੇ ਕੋਲ, ਸੇਮ ਆਏਗਾ। ਦੋਹਾਂ ਦਾ ਫਾਰਮੂਲਾ ਕੀ ਆਏਗਾ ਆਪਣੇ ਕੋਲ, ਸੇਮ ਆਏਗਾ। ਇਹਨਾਂ ਨੂੰ ਆਪਾਂ ਬੋਲ ਦੇਣਗੇ ਮੈਟਾਸਿਲੀਕੇਟ ਜਾਂ ਸਾਈਕਲਿਕ ਔਰ ਰਿੰਗ ਸਿਲੀਕੇਟ। ਤਾਂ ਦੋਹੇ ਅਲੱਗ-ਅਲੱਗ ਟਰਮਸ ਨੇ ਬਟ ਦੋਹਾਂ ਦਾ ਫਾਰਮੂਲਾ ਕੀ ਆਏਗਾ, ਸੇਮ ਆਏਗਾ। ਚਲੋ ਪਹਿਲਾਂ ਆਪਾਂ ਡਿਸਕਸ ਕਰ ਦਿਆਂਗੇ ਮੈਟਾਸਿਲੀਕੇਟ ਦੇ ਅੰਦਰ ਆਪਣੇ ਕੋਲ ਸਭ ਤੋਂ ਪਹਿਲਾਂ ਆਉਂਦੇ ਨੇ ਚੇਨ ਸਿਲੀਕੇਟ, ਠੀਕ ਹੈ। ਮੈਟਾਸਿਲੀਕੇਟ ਦੇ ਅੰਦਰ ਆ ਜਾਂਦੇ ਨੇ ਚੇਨ ਸਿਲੀਕੇਟ।
ਜਾਂ ਇਸ ਨੂੰ ਸਿੰਪਲੀ ਲਿਖ ਲਓ। ਦੇਖੋ ਮੈਟਾਸਿਲੀਕੇਟ ਜਿਹੜੇ ਹੁੰਦੇ ਨੇ ਦੋ ਫਾਰਮ 'ਚ ਐਗਜ਼ਿਸਟ ਕਰਦੇ ਨੇ, ਜਾਂ ਇਸ ਤਰ੍ਹਾਂ ਸਮਝੋ ਇਸ ਨੂੰ, ਜਿਹੜੇ ਮੈਟਾਸਿਲੀਕੇਟ ਹੁੰਦੇ ਨੇ ਆਪਣੇ ਕੋਲ ਦੋ ਫਾਰਮ 'ਚ ਐਗਜ਼ਿਸਟ ਕਰਦੇ ਨੇ, ਇੱਕ ਸਾਈਕਲਿਕ ਫਾਰਮ 'ਚ ਤੇ ਇੱਕ ਚੇਨ ਫਾਰਮ 'ਚ। ਠੀਕ ਹੈ, ਜਿਹੜੇ ਮੈਟਾਸਿਲੀਕੇਟ ਨੇ ਇੱਕ ਚੇਨ ਫਾਰਮ 'ਚ ਐਗਜ਼ਿਸਟ ਕਰਦੇ ਨੇ ਤੇ ਇੱਕ ਸਾਈਕਲਿਕ ਫਾਰਮ 'ਚ। ਦੋਹੇ ਆਪਾਂ ਡਿਸਕਸ ਕਰ ਦਿਆਂਗੇ, ਦੋਹਾਂ ਦਾ ਫਾਰਮੂਲਾ ਕੀ ਆਏਗਾ, ਸੇਮ ਆਏਗਾ। ਤਾਂ ਮੈਟਾਸਿਲੀਕੇਟ ਸਭ ਤੋਂ ਪਹਿਲਾਂ ਆਪਾਂ ਚੇਨ ਡਿਸਕਸ ਕਰ ਲੈਣਾ, ਚੇਨ ਸਿਲੀਕੇਟ। ਚੇਨ ਸਿਲੀਕੇਟ 'ਚ ਕੀ ਹੋਏਗਾ, ਕੈਟਾਗਰੀ ਕਿਸ ਦੀ ਹੈ ਇਹ, ਮੈਟਾਸਿਲੀਕੇਟ ਦੀ। ਤਾਂ ਤੁਹਾਡੇ ਦੇ ਪੇਪਰ 'ਚ ਕੁਐਸਚਨ ਕੀ ਆਏਗਾ ਕਿ ਮੈਟਾਸਿਲੀਕੇਟ ਦਾ ਫਾਰਮੂਲਾ ਦੱਸੋ। ਤਾਂ ਇਸ 'ਚ ਕੀ ਹੁੰਦਾ ਆਪਣੇ ਕੋਲ, ਦੋ ਆਕਸੀਜਨ ਐਟਮ ਕਾਮਨ ਹੁੰਦੇ ਨੇ। ਕਿੰਨੇ ਆਕਸੀਜਨ ਐਟਮ ਕਾਮਨ ਹੁੰਦੇ ਨੇ, 2 ਆਕਸੀਜਨ ਐਟਮ ਕਾਮਨ, 2 ਆਕਸੀਜਨ ਐਟਮ ਕਾਮਨ ਬਿਟਵੀਨ ਦਾ ਯੂਨਿਟਸ। ਇਹ ਦੋ ਆਕਸੀਜਨ ਐਟਮ ਕੀ ਹੁੰਦੇ ਨੇ, ਕਾਮਨ ਹੁੰਦੇ ਨੇ। ਹੁਣ ਸਪੋਜ਼ ਕਰੋ ਆਪਣੇ ਕੋਲ ਇੱਕ ਇਹ ਵਾਲੀ ਯੂਨਿਟ ਹੈ ਮੇਰੇ ਕੋਲ, ਠੀਕ ਹੈ, ਇੱਕ ਇਹ ਵਾਲੀ ਯੂਨਿਟ ਹੈ। ਤਾਂ ਹੁਣ ਇਸ 'ਤੇ ਕਿੰਨੇ ਆਕਸੀਜਨ ਐਟਮ ਕਾਮਨ ਹੋਣਗੇ, 2 ਆਕਸੀਜਨ ਐਟਮ ਕਾਮਨ ਹੋਣਗੇ। ਤਾਂ ਇਸ ਨੂੰ ਡਰਾ ਕਰਨਾ ਹੋਵੇ, ਦੇਖੋ ਇਹ ਇੱਕ ਯੂਨਿਟ ਹੋ ਗਈ ਆਪਣੇ ਕੋਲ, ਤੇ ਇਹ ਕੀ ਹੋ ਗਈ, ਇੱਕ ਯੂਨਿਟ ਹੋ ਗਈ। ਹੁਣ ਇਸ ਨਾਲ ਇਸ ਦੇ 2 ਆਕਸੀਜਨ ਐਟਮ ਕੀ ਹੁੰਦੇ ਨੇ, ਕਾਮਨ ਹੁੰਦੇ ਨੇ। ਇਸ ਦੇ 2 ਆਕਸੀਜਨ ਐਟਮ ਨੂੰ ਮੈਂ ਕੀ ਕਰ ਦੇਣਾ, ਕਾਮਨ ਕਰ ਦੇਣਾ। ਦੇਖੋ ਇਹ ਧਿਆਨ ਨਾਲ ਸਮਝਿਓ ਕਿਸ ਤਰ੍ਹਾਂ ਬਣਿਆ। ਦੇਖੋ ਮੈंने ਇੱਕ ਯੂਨਿਟ ਨੂੰ ਮੰਨੋ, ਤੁਸੀਂ ਕੋਈ ਵੀ ਇੱਕ ਯੂਨਿਟ ਕੰਸੀਡਰ ਕਰੋ, ਠੀਕ ਹੈ। ਇਸ ਦਾ ਇਹ ਵਾਲਾ ਆਕਸੀਜਨ ਐਟਮ ਸ਼ੇਅਰ ਹੋ ਗਿਆ, ਇਸ ਦਾ ਇਹ ਵਾਲਾ ਆਕਸੀਜਨ ਐਟਮ ਕੀ ਹੋ ਗਿਆ, ਸ਼ੇਅਰ ਹੋ ਗਿਆ। ਜਦੋਂ ਆਪਾਂ ਇੱਕ ਆਕਸੀਜਨ ਯੂਨਿਟ ਨੂੰ ਕੰਸੀਡਰ ਕਰਾਂਗੇ ਤਾਂ ਉਸ ਦਾ ਇਹ ਵਾਲਾ ਆਕਸੀਜਨ ਵੀ ਕੀ ਹੈ, ਸ਼ੇਅਰਿੰਗ 'ਚ ਪਾਰਟੀਸਿਪੇਟ ਕਰ ਰਿਹਾ, ਇਹ ਵਾਲਾ ਆਕਸੀਜਨ ਵੀ ਕੀ ਕਰ ਰਿਹਾ ਹੈਗਾ, ਸ਼ੇਅਰਿੰਗ 'ਚ ਪਾਰਟੀਸਿਪੇਟ ਕਰ ਰਿਹਾ। ਤਾਂ ਇਸ ਤਰ੍ਹਾਂ ਦੇ ਸਿਲੀਕੇਟ ਨੂੰ ਆਪਾਂ ਬੋਲ ਦਿਆਂਗੇ ਮੈਟਾਸਿਲੀਕੇਟ। ਮੈਟਾਸਿਲੀਕੇਟ 'ਚ ਕਿਉਂਕਿ ਸਾਈਕਲਿਕ ਫਾਰਮ 'ਚ ਹੈ, ਸੌਰੀ ਓਪਨ ਚੇਨ ਫਾਰਮ 'ਚ ਹੈ, ਇਸ ਲਈ ਇਸ ਨੂੰ ਆਪਾਂ ਬੋਲਦੇ ਹਾਂ ਚੇਨ ਸਿਲੀਕੇਟ। ਤਾਂ ਹੁਣ ਇਹਦਾ ਫਾਰਮੂਲਾ ਬਣਾਉਣਾ ਹੈ, ਮੇਨ ਚੀਜ਼ ਕੀ ਹੈ, ਫਾਰਮੂਲਾ। ਠੀਕ ਹੈ, ਫਾਰਮੂਲਾ ਕੀ ਆਏਗਾ ਆਪਣੇ ਕੋਲ, ਦੇਖੋ ਠੀਕ ਹੈ, ਇੱਕ ਸਿਲੀਕॉन ਹੈ, ਠੀਕ ਹੈ। ਉਸ ਤੋਂ ਬਾਅਦ ਆਕਸੀਜਨ ਦੇਖੋ, ਜਿਹੜੇ ਇਹ ਵਾਲੇ ਦੋ ਆਕਸੀਜਨ ਨੇ, ਇੱਕ ਸੈਂਟਰ ਵਾਲਾ ਤੇ ਇੱਕ ਉੱਪਰ ਵਾਲਾ, ਇਹ ਪੂਰੇ ਪੂਰੇ ਆ ਗਏ O2। ਜਿਹੜੇ ਇਹ ਵਾਲੇ ਆਕਸੀਜਨ ਨੇਗੇ ਦੋ, ਇਹਨਾਂ ਦਾ ਹਾਫ ਹਿੱਸਾ ਨਾਲ ਆਉਂਦਾ ਹੈਗਾ, ਤਾਂ ਆਪਾਂ ਨਾਲ ਕਰ ਸਕਦੇ ਹਾਂ ਪਲੱਸ ਹਾਫ ਤੇ ਪਲੱਸ ਹਾਫ। ਤੇ ਕਿੰਨਾ ਯੂਨਿਟ ਦਾ ਨੈਗੇਟਿਵ ਚਾਰਜ ਆਏਗਾ, ਜਿਹੜੇ ਸ਼ੇਅਰਿੰਗ ਵਾਲੇ ਹੁੰਦੇ ਨੇ ਉਹਨਾਂ ਤੇ ਨੈਗੇਟਿਵ ਚਾਰਜ ਨਹੀਂ ਹੁੰਦਾ, ਤਾਂ ਇਸ ਤੇ ਨੈਗੇਟਿਵ ਹੈ, ਇਸ ਤੇ ਨੈਗੇਟਿਵ ਹੈ, ਤਾਂ ਆਪਣੇ ਕੋਲ ਕਿੰਨਾ ਨੈਗੇਟਿਵ ਆ ਜਾਏਗਾ, 2 ਨੈਗੇਟਿਵ। ਤਾਂ ਇਹ ਕੀ ਬਣ ਜਾਏਗਾ ਆਪਣੇ ਕੋਲ, ਮੈਟਾਸਿਲੀਕੇਟਸ ਦਾ ਫਾਰਮੂਲਾ। ਜਿਸ ਨੂੰ ਆਪਾਂ ਸੋਲਵ ਕਰੀਏ ਆਪਣੇ ਕੋਲ ਕੀ ਬਣੇਗਾ, SiO3 -2। ਇਸ ਦਾ ਫਾਰਮੂਲਾ ਕੀ ਬਣ ਜਾਏਗਾ, Si3O3 -2। ਠੀਕ ਹੈ, ਇਹ ਕੀ ਬਣ ਜਾਏਗਾ, SiO3 -2 ਕੀ ਬਣ ਜਾਏਗਾ, ਇਸ ਦਾ ਜਰਨਲ ਫਾਰਮੂਲਾ ਬਣ ਜਾਏਗਾ। ਇਹ ਜਰਨਲ ਫਾਰਮੂਲਾ, ਜਰਨਲ ਫਾਰਮੂਲਾ। ਹੁਣ ਦੇਖੋ ਕਿ ਆਪਾਂ ਨੇ ਉਰੇ ਤਾਂ ਆਪਾਂ ਸਿਰਫ ਕਿੰਨੀ ਯੂਨਿਟ ਲਈ, ਇੱਕ ਯੂਨਿਟ ਲਈ ਕੱਢਿਆ। ਜੇ ਆਪਣੇ ਕੋਲ n ਯੂਨਿਟਸ ਹੋਣ, ਹੋਰ n ਯੂਨਿਟਸ, ਤੇ n ਯੂਨਿਟਸ ਦਾ ਫਾਰਮੂਲਾ ਕੀ ਬਣ ਜਾਏਗਾ, ਹਰ ਇੱਕ ਚੀਜ਼ ਨੂੰ ਕਿਸ ਨਾਲ ਮਲਟੀਪਲਾਈ ਕਰ ਦਿਓ, n ਨਾਲ। ਤਾਂ ਆਪਣੇ ਕੋਲ ਫਾਰਮੂਲਾ ਬਣ ਜਾਏਗਾ SiNO3n ਤੇ ਉੱਪਰ ਕੀ ਬਣ ਜਾਏਗਾ -2n। ਤੇ n ਕੀ ਹੋ ਸਕਦਾ ਹੈ, ਕਿੰਨੀਆਂ ਵੀ ਯੂਨਿਟਸ ਆਪਾਂ ਲੈ ਸਕਦੇ ਹਾਂ। n ਕੀ ਹੋਏਗਾ ਆਪਣੇ ਕੋਲ, ਕਿੰਨੀਆਂ ਵੀ ਯੂਨਿਟਸ ਲੈ ਸਕਦੇ ਹਾਂ। ਤਾਂ ਇਹ ਕੀ ਬਣ ਜਾਏਗਾ ਆਪਣੇ ਕੋਲ, ਜਰਨਲ ਫਾਰਮੂਲਾ। ਜਰਨਲ ਫਾਰਮੂਲਾ ਕੁਛ ਨਹੀਂ ਕੀਤਾ ਆਪਾਂ ਨੇ, ਕੁਛ ਵੀ ਰਟਿਆ ਨਹੀਂ ਹੈਗਾ, ਸਿੰਪਲ ਆਪਾਂ ਨੇ ਫਾਰਮੂਲਾ ਬਣਾਉਣਾ ਸਿੱਖਿਆ। ਠੀਕ ਹੈ, ਇਸ ਦਾ ਫਾਰਮੂਲਾ ਕੀ ਬਣ ਜਾਏਗਾ, SiNO3n ਤੇ ਉੱਪਰ ਕੀ ਬਣ ਜਾਏਗਾ -2n। ਤਾਂ ਉਰੇ ਆਪਣੇ ਕੋਲ 3 ਯੂਨਿਟਸ ਨਹੀਂ, 1 2 3। ਤਾਂ ਆਪਾਂ ਟੋਟਲ ਫਾਰਮੂਲਾ ਇਸ ਦਾ ਕੀ ਲਿਖ ਸਕਦੇ ਹਾਂ, ਪੂਰੇ ਦਾ ਫਾਰਮੂਲਾ ਕੀ ਲਿਖ ਸਕਦੇ ਹਾਂਗੇ, Si3, ਉਰੇ ਮੈਂ n ਦੀ ਵੈਲਿਊ 3 ਪੁੱਟ ਕਰਤੀ, O9 ਤੇ ਉੱਪਰ ਚਾਰਜ ਆ ਜਾਏਗਾ -6। ਠੀਕ ਹੈ, ਇਹ ਕੀ ਬਣ ਜਾਏਗਾ ਆਪਣੇ ਕੋਲ, ਇਸ ਪੂਰੇ ਸਿਲੀਕੇਟ ਦਾ ਫਾਰਮੂਲਾ। ਬਿਕੋਜ਼ ਉਰੇ ਆਪਣੇ ਕੋਲ ਟੋਟਲ 3 ਯੂਨਿਟਸ ਨੇ। ਤਾਂ ਸਿੰਪਲ ਆਪਾਂ ਯਾਦ ਰੱਖਣਾ ਹੈਗਾ, ਇੱਕ ਯੂਨਿਟ ਦਾ ਆਪਾਂ ਫਾਰਮੂਲਾ ਕੱਢ ਸਕਦੇ ਹਾਂ, ਉਸ ਤੋਂ ਜਰਨਲ ਫਾਰਮੂਲਾ ਬਣਾ ਸਕਦੇ ਹਾਂ, ਤੇ ਜਰਨਲ ਫਾਰਮੂਲੇ ਤੋਂ ਆਪਾਂ ਕੋਈ ਵੀ ਆਨਸਰ ਕਰ ਸਕਦੇ ਹਾਂ। ਤਾਂ ਆਪਾਂ ਨੂੰ ਸਿੰਪਲ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਆਪਣੇ ਕੋਲ ਮੈਟਾਸਿਲੀਕੇਟਸ ਹੁੰਦੇ ਨੇ, ਉਸ 'ਚ 2 ਆਕਸੀਜਨ ਐਟਮ ਕੀ ਹੁੰਦੇ ਨੇ, ਕਾਮਨ ਹੁੰਦੇ ਨੇ ਬਿਟਵੀਨ ਦਾ ਯੂਨਿਟਸ। ਹੁਣ ਦੇਖੋ ਆਪਣੇ ਕੋਲ ਜਿਹੜਾ ਮੈਟਾਸਿਲੀਕੇਟ ਹੈ ਉਹ ਸਾਈਕਲਿਕ ਫਾਰਮ 'ਚ ਹੋ ਸਕਦਾ ਹੈ। ਦੇਖੋ ਮੈਟਾਸਿਲੀਕੇਟ ਦੀ ਖਾਸ ਗੱਲ ਕੀ ਹੈ ਕਿ ਇਸ 'ਚ ਆਪਣੇ ਕੋਲ 2 ਆਕਸੀਜਨ ਐਟਮ ਕਾਮਨ ਹੋਣਗੇ। ਠੀਕ ਹੈ ਨਾ, ਮੈਟਾਸਿਲੀਕੇਟ 'ਚ ਆਪਣੇ ਕੋਲ ਕੀ ਹੋਣਗੇ, 2 ਆਕਸੀਜਨ ਐਟਮ ਕਾਮਨ ਹੋਣਗੇ। ਤਾਂ ਇਸ ਨੂੰ ਆਪਾਂ 2 ਆਕਸੀਜਨ ਐਟਮ ਨੂੰ 2 ਫਾਰਮ 'ਚ ਰਿਪਰੈਜ਼ੈਂਟ ਕਰ ਸਕਦੇ ਸੀ, ਇੱਕ ਤਾਂ ਚੇਨ ਫਾਰਮ 'ਚ ਜਿਹੜਾ ਕਿ ਆਪਾਂ ਨੇ ਉਰੇ ਰਿਪਰੈਜ਼ੈਂਟ ਕੀਤਾ। ਹੁਣ ਇਸ ਨੂੰ ਆਪਾਂ ਸਾਈਕਲਿਕ ਫਾਰਮ 'ਚ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ, ਜਿਹੜਾ ਕਿ ਮੈंने ਆਲਰੇਡੀ ਸ਼ੋ ਕਰਤਾ। ਇਸ ਦਾ ਫਾਰਮੂਲਾ ਆਪਣੇ ਕੋਲ ਸੇਮ ਰਹੇਗਾ SiNO3 -2। ਹੁਣ ਉਰੇ ਦੇਖੋ ਧਿਆਨ ਨਾਲ, ਜੇ ਆਪਾਂ ਕੋਈ ਵੀ ਇੱਕ ਯੂਨਿਟ ਕੰਸੀਡਰ ਕਰੀਏ, ਮੈਂ ਸਪੋਜ਼ ਕਰੋ ਉੱਪਰ ਵਾਲੀ ਯੂਨਿਟ ਕੰਸੀਡਰ ਕਰਦਾ, ਇਹ ਉੱਪਰ ਵਾਲੀ ਇੱਕ ਯੂਨਿਟ ਕੰਸੀਡਰ ਕੀਤੀ, ਤਾਂ ਉਸਦਾ ਇਹ ਵਾਲਾ ਆਕਸੀਜਨ ਕਾਮਨ ਹੈ, ਇਹ ਵਾਲਾ ਆਕਸੀਜਨ ਕਾਮਨ ਹੈ। ਤਾਂ ਆਪਣੇ ਕੋਲ ਕਿੰਨੇ ਆਕਸੀਜਨ ਐਟਮ ਕਾਮਨ ਹੋ ਗਏ, 2 ਆਕਸੀਜਨ ਐਟਮ ਕਾਮਨ ਹੋ ਗਏ।
ਤੇ ਇਹ ਓਵਰਆਲ ਕੀ ਆਪਣੇ ਕੋਲ ਸਾਈਕਲਿਕ ਫਾਰਮ 'ਚ ਹੈ, ਇਸ ਲਈ ਇਸ ਨੂੰ ਆਪਾਂ ਬੋਲ ਦਿੰਦੇ ਹਾਂ ਸਾਈਕਲਿਕ ਮੈਟਾਸਿਲਿਕੇਟ। ਤੇ ਇਸ ਦਾ ਜਰਨਲ ਫਾਰਮੂਲਾ ਆਪਣੇ ਕੋਲ ਸੇਮ ਹੀ ਰਹੇਗਾ SiNO 3N ਤੇ 2N ਮਾਈਨਸ, ਫਿਰ 2N ਕੀ ਆ ਜਾਏਗਾ ਮਾਈਨਸ ਆ ਜਾਏਗਾ। ਤਾਂ ਇਹ ਕੀ ਬਣ ਜਾਏਗਾ ਇਸ ਦਾ ਜਰਨਲ ਫਾਰਮੂਲਾ। ਆਪਾਂ ਨੇ 3 ਤਰ੍ਹਾਂ ਦੇ ਸਿਲੀਕੇਟਸ ਕਵਰ ਕਰ ਲਏ। ਤੇ ਸਭ ਤੋਂ ਪਹਿਲਾਂ ਆਪਾਂ ਦੇਖੇ ਸੀਗੇ ਔਰਥੋਸਿਲੀਕੇਟ, ਉਸ ਤੋਂ ਬਾਅਦ ਆਪਾਂ ਡਿਸਕਸ ਕੀਤੇ ਪਾਇਰੋਸਿਲੀਕੇਟ, ਥਰਡ ਨੰਬਰ ਤੇ ਆਪਾਂ ਡਿਸਕਸ ਕੀਤੇਗੇ ਮੈਟਾਸਿਲੀਕੇਟਸ। ਮੈਟਾਸਿਲੀਕੇਟਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ 2D ਸਿਲੀਕੇਟਸ। ਜਿਹੜੀ ਨੈਕਸਟ ਕੈਟਾਗਰੀ ਹੁੰਦੀ ਆਪਣੇ ਕੋਲ 2D ਸਿਲੀਕੇਟਸ। ਇਹ 2D ਸਿਲੀਕੇਟਸ ਨੂੰ ਜ਼ਿਆਦਾ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ, ਸਿੰਪਲ ਦੇਖੋ ਇਸ 'ਚ ਕੀ ਹੋਣਗੇ ਆਪਣੇ ਕੋਲ 3 ਆਕਸੀਜਨ ਐਟਮ ਕਾਮਨ ਹੋਣਗੇ, ਆਕਸੀਜਨ ਐਟਮ ਕਾਮਨ ਬਿਟਵੀਨ ਦਾ ਯੂਨਿਟਸ। ਇਹ 3 ਆਕਸੀਜਨ ਐਟਮ ਕੀ ਹੋਣਗੇ ਕਾਮਨ ਹੋਣਗੇ। ਸਪੋਜ਼ ਕਰੋ ਇੱਕ ਯੂਨਿਟ ਆਪਣੇ ਕੋਲ, ਠੀਕ ਹੈ, ਇਸ ਦੇ 3 ਆਕਸੀਜਨ ਮੈਂ ਰਿਪਰੈਜ਼ੈਂਟ ਕਰ ਲੈਣਾ, ਠੀਕ ਹੈ। ਇਹ ਇੱਕ ਬੇਸਿਕ ਯੂਨਿਟ ਆਪਣੇ ਕੋਲ ਕਿਸ ਦੀ, ਸਿਲੀਕੇਟ ਦੀ। ਹੁਣ ਇਸ 'ਚ 3 ਆਕਸੀਜਨ ਐਟਮ ਕਾਮਨ ਹੋਣਗੇ। ਸਪੋਜ਼ ਕਰੋ ਮੈਂ ਇਹ ਵਾਲਾ ਆਕਸੀਜਨ ਐਟਮ ਵੀ ਕਾਮਨ ਕਰਤਾ, ਇਹ ਵਾਲਾ ਆਕਸੀਜਨ ਐਟਮ ਵੀ ਕਾਮਨ ਕਰਤਾ ਤੇ ਇਹ ਵਾਲਾ ਆਕਸੀਜਨ ਐਟਮ ਵੀ ਕਾਮਨ ਕਰਤਾ। ਹੁਣ ਤੁਹਾਡਾ ਕੰਮ ਹੈਗਾ ਇਸ ਦਾ ਫਾਰਮੂਲਾ ਫਟਾਫਟ ਵੀਡੀਓ ਨੂੰ ਪਾਉਸ ਕਰ ਇੱਕ ਵਾਰ ਸੋਚੋ ਕਿ ਆਪਣੇ ਕੋਲ 2D ਸਿਲੀਕੇਟਸ ਦਾ ਫਾਰਮੂਲਾ ਕੀ ਬਣੇਗਾ, ਫਿਰ ਮੇਰੇ ਨਾਲ ਮੈਚ ਕਰਨਾ। ਆਈ ਥਿੰਕ ਸਭ ਨੇ ਟਰਾਈ ਕੀਤਾ ਹੋਊਗਾ। ਤਾਂ ਫਾਰਮੂਲਾ ਕੀ ਬਣੇਗਾ ਇਸ ਦਾ, ਦੇਖੋ ਆਪਣੇ ਕੋਲ ਇੱਕ ਸਿਲੀਕਨ ਐਟਮ ਹੈਗਾ, ਇੱਕ ਸਿਲੀਕਨ ਐਟਮ ਹੈ ਤੇ ਨਾਲ ਇੱਕ ਜਿਹੜਾ ਮਿਡਲ ਵਾਲਾ ਆਕਸੀਜਨ ਹੈ ਇਹ ਤਾਂ ਪੂਰਾ ਆ ਰਿਹਾ ਹੈਗਾ। ਚਲੋ ਇੱਕ ਆਕਸੀਜਨ ਤਾਂ ਆਪਣੇ ਕੋਲ ਪੂਰਾ ਆ ਰਿਹਾ, ਇਹ ਵਾਲਾ ਵੀ ਹਾਫ ਆ ਰਿਹਾ, ਇਹ ਵਾਲਾ ਵੀ ਹਾਫ, ਇਹ ਵਾਲਾ ਵੀ ਹਾਫ, ਕਿਉਂਕਿ ਆਪਣੇ ਕੋਲ ਕੀ ਨੇ 3 ਆਕਸੀਜਨ ਐਟਮ ਕਾਮਨ ਨੇਗੇ ਬਿਟਵੀਨ 2 ਯੂਨਿਟਸ। ਇਹ ਵਾਲਾ ਆਕਸੀਜਨ ਐਟਮ ਵੀ ਕਾਮਨ ਹੈ, ਇਹ ਵੀ ਤੇ ਇਹ ਵਾਲਾ, ਮਤਲਬ ਇਸ ਦਾ ਵੀ ਹਾਫ ਪਲੱਸ ਹਾਫ ਪਲੱਸ ਹਾਫ। ਤੇ ਨੈਗੇਟਿਵ ਚਾਰਜ ਕਿੰਨਾ ਰਹੇਗਾ ਆਪਣੇ ਕੋਲ, ਜਿਹੜੇ ਸ਼ੇਅਰਿੰਗ 'ਚ ਹੁੰਦੇ ਨੇ ਉਹਨਾਂ 'ਤੇ ਕੋਈ ਵੀ ਨੈਗੇਟਿਵ ਚਾਰਜ ਨਹੀਂ ਹੁੰਦਾ, ਤਾਂ ਫੁੱਲ ਹੈ ਇਸ 'ਤੇ ਇੱਕ ਨੈਗੇਟਿਵ ਚਾਰਜ ਹੋਏਗਾ। ਤਾਂ ਓਵਰਆਲ ਕੀ ਆ ਗਿਆ ਇਸ 'ਤੇ ਨੈਗੇਟਿਵ ਚਾਰਜ। ਤਾਂ ਦੱਸੋ ਬਈ ਇਸ ਦਾ ਫਾਰਮੂਲਾ ਕੀ ਬਣੇਗਾ ਆਪਣੇ ਕੋਲ SiO, ਠੀਕ ਹੈ। ਇਹ ਬਣ ਜਾਏਗਾ ਆਪਣੇ ਕੋਲ 5/2, ਇਹ 5/2 ਤੇ ਉੱਪਰ ਕੀ ਆ ਜਾਏਗਾ -1 ਦਾ ਚਾਰਜ। ਹੁਣ ਆਪਾਂ ਪੂਰੀ ਇਕੁਏਸ਼ਨ ਨੂੰ 2 ਨਾਲ ਮਲਟੀਪਲਾਈ ਕਰ ਦਿੰਦੇ ਹਾਂ, ਤਾਂ Si2O5 -2, ਤਾਂ ਇਹ ਕੀ ਬਣ ਜਾਏਗਾ 2D ਸਿਲੀਕੇਟਸ ਦਾ ਜਰਨਲ ਫਾਰਮੂਲਾ ਬਣ ਜਾਏਗਾ। ਤੇ ਅੱਗੇ ਫਰਦਰ ਜੇ ਆਪਾਂ ਨੇ ਇਸ ਤੋਂ ਜਰਨਲ ਫਾਰਮ ਬਣਾਉਣੀ ਹੋਵੇ, ਇਨ ਜਰਨਲ ਫਾਰਮ, ਤਾਂ ਇਸ ਨੂੰ ਪੂਰੀ ਇਕੁਏਸ਼ਨ ਆਪਾਂ n ਨਾਲ ਮਲਟੀਪਲਾਈ ਕਰ ਦਿੰਦੇ ਹਾਂ, ਤਾਂ ਆਪਣੇ ਕੋਲ ਫਾਰਮੂਲਾ ਕੀ ਬਣ ਜਾਏਗਾ Si2NO10 -2n, ਮਿਸਟੇਕ ਕਰ ਗਿਆ। ਇਸ ਦਾ ਜਰਨਲ ਫਾਰਮੂਲਾ ਕੀ ਬਣ ਜਾਏਗਾ ਆਪਣੇ ਕੋਲ, पूरी इक्वेशन को n मल्टीप्लाई कर दो, सिलिकॉन 2n, ऑक्सीजन 5n, ऊपर आ जाएगा अपने को -2n। तो एक ही बन जाएगा इसका जर्नल फॉर्मूला बन जाएगा अपने को 2D सिलिकेट्स। तो उस तो बाद लास्ट कैटेगरी हुंदी जी अपने को डैट इज़ 3D सिलिकेट्स, ठीक है, जी अपने डिस्कस करनी है डैट इज़ 3D सिलिकेट्स। 3D सिलिकेट्स की हुंदा अपने को ऑल 4 ऑक्सीजन एटम कॉमन होंगे ने, ऑल ऑक्सीजन एटम आर कॉमन, ठीक है, सारे ऑक्सीजन एटम ही होंगे ने कॉमन होंगे ने। हुण देखो सिलिकॉन है, इस दे नाल 4 ऑक्सीजन लगे होंगे ने सिलिकेट्स यूनिट नाल, ठीक है। हुण सारे ही ऑक्सीजन एटम कॉमन ने, तो इसका फॉर्मूला तुसीं अपने एंड ते बनाउणा हैगा, ठीक है ना। इस आई वाला भी कॉमन है, ए वाला भी, ए वाला भी। तो सिलिकॉन है, ठीक है, 4 ऑक्सीजन ने, चारां दा हाफ हाफ आ जाएगा, तो चारे ऑक्सीजन एटम की ने कॉमन ने। तो अपने को फॉर्मूला की बन जाएगा SiO2 तो चार्ज कोई भी नहीं। इन जनरल ये की हुंदा अपने को सिलिका ही तो हुंदा जिहड़ा अपने सब तो उपर डिस्कस किया सी, तो एक ही फॉर्म हो गया अपने को सिलिका। तो उरे अपना जो टॉपिक है सिलिकेट्स कंप्लीट हुंदा हैगा। एक बार मैं क्विक रिकैप करदा हूँ, ठीक है, फिर याद आ जाएगा तुहानूं सब कुछ। क्विक रिकैप, ठीक है ना, सबनूं किवें याद करना तुसीं। सब तो पहले अपने को किहड़े सिलिकेट हुंदे ने, ऑर्थो सिलिकेट, ऑर्थो, फिर आपां याद करने पायरो सिलिकेट, फिर आपां याद करने मैटा। फिर मैटा के अंदर 2 केस होंगे ने, एक होंगे अपने को रिंग वाला, मतलब साइक्लिक फॉर्म बोलते हैं इसनूं, एक होंगे अपने को चेन मतलब स्ट्रेट वाला सिंपल। फॉर्मूला दोहां का सेम रहेगा। तो फिर आते हैं अपने को 2D सिलिकेट्स, तो फिर आते हैं अपने को 3D सिलिकेट्स। तो इन्हें सब नूं किस तरह तुसीं याद करने, देखो ऑर्थो सिलिकेट्स के केस की होंगे अपने को सिंपली एक कोई भी सिलिकेट यूनिट होंगी है SiO4 माइनस, ठीक है ना, एक ही होंगे अपने को एक यूनिट होंगी है, तो सिंपल जहा हो गया अपने याद हो गया। पायरो के अंदर की होंगे एक ऑक्सीजन एटम कॉमन होंगे, एक ऑक्सीजन एटम कॉमन,
ਹੁਣ ਜੇ ਆਪਣੇ ਕੋਲ ਇੱਕ ਆਕਸੀਜਨ ਐਟਮ ਕਾਮਨ ਹੋਏਗਾ ਤਾਂ ਫਾਰਮੂਲਾ ਕੀ ਬਣ ਜਾਏਗਾ, ਦੇਖੋ ਇੱਕ ਯੂਨਿਟ ਨੂੰ ਇਸ ਤਰ੍ਹਾਂ ਡਰਾ ਕਰ ਲਓ ਤੇ ਇੱਕ ਯੂਨਿਟ ਨੂੰ ਕੀ ਕਰ ਲਓ, ਇਸ ਤਰ੍ਹਾਂ ਡਰਾ ਕਰ ਲਓ। ਤਾਂ ਹੁਣ ਆਪਾਂ ਨੇ ਇੱਕ ਆਕਸੀਜਨ ਐਟਮ ਨੂੰ ਕਾਮਨ ਕਰ ਦੇਣਾ, ਸਪੋਜ਼ ਕਰੋ ਇਸ ਨੂੰ ਕਾਮਨ ਕਰਤਾ, ਤਾਂ ਪੈਂਡਿੰਗ ਕੀ ਰਹਿ ਗਿਆ ਆਪਣੇ ਕੋਲ, ਸਿਲੀਕਨ, 3 ਆਕਸੀਜਨ ਤੇ ਇੱਕ ਆਕਸੀਜਨ ਦਾ ਹਾਫ ਵਾਲਾ ਹਿੱਸਾ। ਤੇ ਹੁਣ ਜਿਹੜੇ 3 ਆਕਸੀਜਨ ਫੁੱਲ ਨੇ ਇਹਨਾਂ ਤੇ -3 ਚਾਰਜ, ਤਾਂ ਆਪਣੇ ਕੋਲ ਫਾਰਮੂਲਾ ਕੀ ਬਣ ਜਾਏਗਾ, SiO7/2 ਤੇ ਉੱਪਰ ਕੀ ਆ ਜਾਏਗਾ -3 ਚਾਰਜ। ਹੁਣ ਆਪਾਂ ਇਸ ਨੂੰ ਪੂਰਾ 2 ਨਾਲ ਮਲਟੀਪਲਾਈ ਕਰ ਲਿਆ ਸੀ, ਤਾਂ ਆਪਣੇ ਕੋਲ ਬਣ ਗਿਆ Si2O7-6, ਠੀਕ ਹੈ ਨਾ। ਇਹ ਕੀ ਬਣ ਗਿਆ ਸੀ ਆਪਣੇ ਕੋਲ, ਸਿੰਪਲ ਫਾਰਮੂਲਾ ਬਣ ਗਿਆ ਸੀ ਪਾਇਰੋਸਿਲਿਕੇਟਸ ਦਾ, ਜਿਹੜਾ ਕਿ ਆਪਾਂ ਨੇ ਉੱਪਰ ਡਿਸਕਸ ਵੀ ਕੀਤਾ। ਦੇਖੋ ਪਾਇਰੋਸਿਲਿਕੇਟਸ ਦਾ ਆਪਾਂ ਨੇ ਫਾਰਮੂਲਾ ਡਿਸਕਸ ਵੀ ਕੀਤਾ, Si2O7-6। ਉਸ ਤੋਂ ਬਾਅਦ ਦੇਖੋ ਜੇ ਆਪਣੇ ਕੋਲ ਮੈਟਾ ਸਿਲਿਕੇਟਸ ਆ ਜਾਣ ਤਾਂ ਇਸ 'ਚ ਕੀ ਹੁੰਦਾ ਹੈਗਾ, 2 ਆਕਸੀਜਨ ਐਟਮ ਕਾਮਨ ਹੁੰਦੇ ਨੇ। ਜੇ 2 ਆਕਸੀਜਨ ਐਟਮ ਕੀ ਹੁੰਦੇ ਨੇ, ਕਾਮਨ ਹੁੰਦੇ ਨੇ, ਤਾਂ ਇਸ ਦਾ ਜੇ ਆਪਾਂ ਨੇ ਫਾਰਮੂਲਾ ਬਣਾਉਣਾ ਹੋਵੇ, ਇੱਕ ਯੂਨਿਟ ਦੇਖੋ ਸਿੰਪਲ, ਤੇ ਇੱਕ ਯੂਨਿਟ ਦੇਖੋ, ਤਾਂ ਹੁਣ ਇੱਕ ਯੂਨਿਟ ਦੇ ਅੰਦਰ ਕੀ ਹੋਊਗਾ, 2 ਆਕਸੀਜਨ ਐਟਮ ਨੂੰ ਕੀ ਕਰ ਦਿਓ, ਕਾਮਨ ਕਰ ਦਿਓ। 2 ਆਕਸੀਜਨ ਐਟਮ ਨੂੰ ਕੀ ਕਰ ਦੇਣਾ ਆਪਾਂ ਨੇ, ਕਾਮਨ ਕਰ ਦੇਣਾ। ਮੈਂ ਇਸ ਨੂੰ ਕਾਮਨ ਕਰਤਾ ਤੇ ਨਾਲ ਦੀ ਨਾਲ ਮੈंने ਇਸ ਨੂੰ ਵੀ ਕੀ ਕਰਤਾ, ਕਾਮਨ ਕਰਤਾ। ਮੈਂ 2 ਆਕਸੀਜਨ ਐਟਮਸ ਨੂੰ ਕੀ ਕਰਤਾ, ਕਾਮਨ। ਤਾਂ ਆਪਣੇ ਕੋਲ ਫਾਰਮੂਲਾ ਕੀ ਬਚ ਗਿਆ, Si, 2 ਆਕਸੀਜਨ ਫੁੱਲ ਤੇ 2 ਹਾਫ ਵਾਲੇ, ਤੇ ਇਸ ਤੇ ਚਾਰਜ ਕਿੰਨਾ ਹੋ ਜਾਏਗਾ ਆਪਣੇ ਕੋਲ, -2 ਦਾ। ਆਪਣੇ ਕੋਲ ਇਹ ਬਣ ਜਾਏਗਾ SiO3-2, ਠੀਕ ਹੈ ਜੀ। ਇਨ ਜਨਰਲ ਬਣਾਉਣਾ ਹੋਵੇ ਆਪਾਂ SiNO3n ਤੇ ਉੱਪਰ ਕੀ ਬਣ ਜਾਏਗਾ, -2n। ਤਾਂ ਇਹ ਬਣ ਜਾਏਗਾ ਆਪਣੇ ਕੋਲ ਜਨਰਲ ਫਾਰਮੂਲਾ। ਸਿਮਿਲਰਲੀ ਆਪਣੇ ਕੋਲ 2D ਸਿਲੀਕੇਟਸ ਕੀ ਹੋਣਗੇ, 3 ਆਕਸੀਜਨ ਐਟਮ ਕਾਮਨ ਹੋਣਗੇ, ਠੀਕ ਹੈ। ਤੇ 3D ਸਿਲੀਕੇਟਸ 'ਚ ਆਪਣੇ ਕੋਲ ਚਾਰੋਂ ਦੇ ਚਾਰੇ ਆਕਸੀਜਨ ਐਟਮ ਕੀ ਹੋ ਜਾਣਗੇ, ਕਾਮਨ ਹੋ ਜਾਣਗੇ। ਤਾਂ ਇਸ ਤਰ੍ਹਾਂ ਆਪਾਂ ਨੇ ਸਿਲੀਕੇਟਸ ਨੂੰ ਪੜ੍ਹਨਾ ਹੈਗਾ। ਡੈਫੀਨੇਟਲੀ ਜੇ ਤੁਸੀਂ 1-2 ਵਾਰ ਇਸ ਨੂੰ, ਠੀਕ ਹੈ, ਲਿਖ ਕੇ ਦੇਖ ਲੈਣੇ ਹੋ, ਤੁਸੀਂ ਕਦੇ ਵੀ ਭੁੱਲੋਗੇ ਨਹੀਂ। ਬਸ ਯਾਦ ਰੱਖਿਓ ਕਿੰਨੇ ਆਕਸੀਜਨ ਐਟਮ ਕਾਮਨ ਨੇ। ਜੇ ਫਾਰਮੂਲਾ ਡਾਇਰੈਕਟ ਯਾਦ ਕਰੋਗੇ ਤਾਂ ਡੈਫੀਨੇਟਲੀ ਪੇਪਰ 'ਚ ਗਲਤ ਕਰਕੇ ਆਉਂਗੇ, ਬਟ ਜੇ ਟ੍ਰਿਕ ਯਾਦ ਕਰੋਗੇ ਕਿ ਕਿੰਨੇ ਆਕਸੀਜਨ ਐਟਮ ਕਾਮਨ ਹੁੰਦੇ ਨੇ, ਤਾਂ ਉਸ ਤੋਂ ਆਪਾਂ ਜਨਰਲ ਫਾਰਮੂਲਾ ਈਜ਼ੀਲੀ ਬਣਾ ਸਕਦੇ ਹਾਂ। ਤਾਂ ਆਪਣੇ ਕੋਲ ਇਹ ਡਿਸਕਸ਼ਨ ਕੰਪਲੀਟ ਹੁੰਦਾ ਹੈ ਸਿਲੀਕੇਟਸ ਦਾ। ਸਿਲੀਕੇਟਸ ਜਿਹੜੇ 5 ਕੈਟਾਗਰੀ ਸੀ ਉਹ ਆਪਾਂ ਨੇ ਡਿਸਕਸ ਕੀਤੀਆਂ। ਸਭ ਤੋਂ ਪਹਿਲਾਂ ਆਰਥੋਸਿਲੀਕੇਟ, ਫਿਰ ਆਪਣੇ ਕੋਲ ਹੁੰਦੇ ਨੇ ਪਾਇਰੋਸਿਲੀਕੇਟਸ, ਫਿਰ ਹੁੰਦੇ ਨੇ ਮੈਟਾਸਿਲੀਕੇਟਸ, ਫਿਰ ਆਉਂਦੇ ਨੇ ਆਪਣੇ ਕੋਲ 2D ਸਿਲੀਕੇਟਸ, ਤੇ ਫਿਰ ਆਉਂਦੇ ਨੇ ਆਪਣੇ ਕੋਲ 3D ਸਿਲੀਕੇਟਸ। ਤੇ ਇਹਨਾਂ ਦਾ ਆਪਣੇ ਕੋਲ ਕੁਇਕ ਰੀਕੈਪ ਹੋ ਗਿਆ। ਇਸੇ ਟਾਈਪ ਨਾਲ ਤੁਸੀਂ ਵੀ ਕੀ ਕਰਨਾ ਹੈ, ਸ਼ੋਰਟਸ 'ਚ, ਠੀਕ ਹੈ, ਜਿੰਨੇ ਵੀ ਸਿਲੀਕੇਟਸ ਨੇ ਉਹਨਾਂ ਨੂੰ ਬਣਾ ਕੇ ਦੇਖਣਾ ਹੈਗਾ ਤੇ ਐਜ਼ ਇਟ ਇਜ਼, ਠੀਕ ਹੈ ਨਾ, ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਆਰਥੋ ਦੇ ਕੇਸ 'ਚ ਕੋਈ ਆਕਸੀਜਨ ਕਾਮਨ ਨਹੀਂ, ਪਾਇਰੋ ਦੇ ਕੇਸ 'ਚ 1 ਆਕਸੀਜਨ ਐਟਮ ਕਾਮਨ, ਮੈਟਾ ਦੇ ਕੇਸ 'ਚ 2 ਆਕਸੀਜਨ ਐਟਮ ਕਾਮਨ, 2D ਸਿਲੀਕੇਟਸ ਦੇ ਕੇਸ 'ਚ 3 ਆਕਸੀਜਨ ਐਟਮ ਕਾਮਨ, ਤੇ 3D ਸਿਲੀਕੇਟਸ ਦੇ ਅੰਦਰ ਆਪਣੇ ਕੋਲ ਚਾਰੋਂ ਆਕਸੀਜਨ ਐਟਮ ਕੀ ਹੁੰਦੇ ਨੇ, ਕਾਮਨ ਹੁੰਦੇ ਨੇ। ਉਸ ਤੋਂ ਬਾਅਦ ਦੇਖੋ ਜਿਹੜਾ ਟੌਪਿਕ ਆਪਣੇ ਸਿਲੇਬਸ 'ਚ ਮੈਂਸ਼ਨ ਹੈਗਾ, ਜਿਸ ਨੂੰ ਆਪਾਂ ਬੋਲਦੇ ਹਾਂ ਐਲੂਮੀਨੋ ਸਿਲੀਕੇਟਸ। ਦੇਖੋ ਆਪਾਂ ਸਿਲਿਕਾ ਪੜ੍ਹੇਗਾ, ਸਿਲਿਕਾ ਦਾ ਫਾਰਮੂਲਾ ਹੁੰਦਾ ਹੈ SiO2, ਠੀਕ ਹੈ, ਤੇ ਇਹ ਰਿਪੀਟਡਲੀ ਕੀ ਕਰਦਾ ਰਹਿੰਦਾ ਹੈ, ਰਿਪੀਟ ਕਰਦਾ ਰਹਿੰਦਾ ਹੈ। ਤਾਂ ਇਸ ਤਰ੍ਹਾਂ ਆਪਾਂ ਨੇ ਸਟਰਕਚਰ ਪੜ੍ਹਿਆ ਸੀ ਕਿਸ ਦਾ, ਸਿਲਿਕਾ ਦਾ। ਹੁਣ ਆਪਾਂ ਪੜ੍ਹਨਾ ਐਲੂਮੀਨੋ ਸਿਲੀਕੇਟਸ, ਮਤਲਬ ਐਲੂਮੀਨੀਅਮ ਵੀ ਹੋਵੇ, ਸਿਲੀਕੇਟਸ ਵੀ। ਤਾਂ ਆਪਾਂ ਕੁਝ ਸਿਲੀਕੇਨ ਐਟਮਸ ਨੂੰ, ਕੁਝ ਸਿਲੀਕਨ ਐਟਮਸ ਨੂੰ ਕਿਸ ਨਾਲ ਰਿਪਲੇਸ ਕਰ ਦਿੰਦੇ ਹਾਂ, ਐਲੂਮੀਨੀਅਮ ਨਾਲ ਰਿਪਲੇਸ ਕਰ ਦਿੰਦੇ ਹਾਂ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ, ਐਲੂਮੀਨੋ ਸਿਲੀਕੇਟਸ। ਕੁਛ ਆਪਾਂ ਨੇ ਸਿਲੀਕਨ ਐਟਮਸ ਨੂੰ ਕੀ ਕਰਤਾ, ਐਲੂਮੀਨੀਅਮ ਨਾਲ ਰਿਪਲੇਸ ਕਰਤਾ, ਉਸ ਨੂੰ ਆਪਾਂ ਬੋਲ ਦਿੰਦੇ ਹਾਂ ਐਲੂਮੀਨੋ ਸਿਲੀਕੇਟਸ। ਤੇ ਆਪਾਂ ਕਿੰਨੇ ਸਿਲੀਕਨ ਐਟਮਸ ਨੂੰ ਐਲੂਮੀਨੀਅਮ ਨਾਲ ਰਿਪਲੇਸ ਕਰ ਸਕਦੇ ਹਾਂ, ਤਾਂ ਅਪ ਟੂ 50% ਸਿਲੀਕਨ ਐਟਮਸ ਨੂੰ ਆਪਾਂ ਐਲੂਮੀਨੀਅਮ ਨਾਲ ਕੀ ਕਰ ਸਕਦੇ ਹਾਂ, ਰਿਪਲੇਸ ਕਰ ਸਕਦੇ ਹਾਂ। ਚਲੋ ਇਹ ਤਾਂ ਇੰਪੋਰਟੈਂਟ ਨਹੀਂ ਹੈਗਾ, ਬਟ ਇੰਪੋਰਟੈਂਟ ਇਸ ਦੇ ਐਗਜ਼ਾਮਪਲ। ਤਾਂ ਇੰਪੋਰਟੈਂਟ ਐਗਜ਼ਾਮਪਲ 'ਚ ਕੀ ਆਉਂਦੇ ਨੇ ਆਪਣੇ ਕੋਲ, ਇੱਕ ਤਾਂ ਹੁੰਦਾ ਫੈਲਡਸਪਾਰ ਜਿਹੜਾ ਆਪਾਂ ਨੇ ਯਾਦ ਕਰਨੇ, ਤੇ ਇੱਕ ਯਾਦ ਕਰਨੇ ਆਪਾਂ ਜਿਓਲਾਈਟਸ, ਠੀਕ ਹੈ ਨਾ। ਤਾਂ ਇੰਪੋਰਟੈਂਟ ਐਗਜ਼ਾਮਪਲ 'ਚ ਸਭ ਤੋਂ ਪਹਿਲੀ ਐਗਜ਼ਾਮਪਲ ਹੈ ਫੈਲਡਸਪਾਰ। ਇਹ ਫੈਲਡਸਪਾਰ 'ਚ ਕੀ ਹੁੰਦਾ ਆਪਣੇ ਕੋਲ, ਇਹ ਦੇਖੋ ਐਲੂਮੀਨੋ ਤੇ ਸਿਲੀਕਨ, ਠੀਕ ਹੈ, ਇਸ ਲਈ ਇਸਨੂੰ ਆਪਾਂ ਬੋਲਦੇ ਹਾਂ ਐਲੂਮੀਨੋ ਸਿਲੀਕੇਟਸ। ਬਸ ਧਿਆਨ ਕੀ ਰੱਖਣਾ ਹੈ, ਪੂਰੇ ਐਲੂਮੀਨੀਅਮ 1:2 'ਚ ਹੈ, ਮਤਲਬ ਸਿਲੀਕਨ ਦੇ 2 ਯੂਨਿਟਸ ਹੁੰਦੀਆਂ ਨੇ, ਐਲੂਮੀਨੀਅਮ ਦੀਆਂ 1 ਯੂਨਿਟਸ ਹੁੰਦੇ ਨੇ। ਤਾਂ ਉਹ ਐਲੂਮੀਨੋ ਸਿਲੀਕੇਟਸ 'ਚ ਐਲੂਮੀਨੀਅਮ ਤੇ ਸਿਲੀਕਨ ਇਸ ਰੇਸ਼ੋ 'ਚ ਹੁੰਦੇ ਨੇ, 1:2 ਰੇਸ਼ੋ 'ਚ ਹੁੰਦੇ ਨੇ। ਇਹ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਤੁਹਾਡੇ ਐਗਜ਼ਾਮ 'ਚ ਪੁੱਛਿਆ ਜਾਏਗਾ। ਤੇ ਅਦਰ ਐਗਜ਼ਾਮਪਲ ਜਿਹੜੀ ਕਿ ਮੋਸਟ ਇੰਪੋਰਟੈਂਟ ਆਪਣੇ ਕੋਲ, ਦੈਟ ਇਜ਼ ਜਿਓਲਾਈਟਸ। ਤਾਂ ਜਿਓਲਾਈਟਸ 'ਚ ਆਪਣੇ ਕੋਲ ਐਲੂਮੀਨੀਅਮ ਤੇ ਸਿਲੀਕਨ ਹੋਣਗੇ, ਬਟ ਇਹਨਾਂ ਦੀ ਰੇਸ਼ੋ ਕੀ ਹੋਏਗੀ, 1:3। ਬਸ ਆਪਾਂ ਨੇ ਰੇਸ਼ੋ ਯਾਦ ਕਰਨੀ ਹੈ, ਇਹ ਫਾਰਮੂਲਾ ਤਾਂ ਕੋਈ ਬਣਾਉਣਾ ਮੁਸ਼ਕਿਲ ਨਹੀਂ ਹੈਗਾ। ਦੇਖੋ ਐਲੂਮੀਨੋ ਸਿਲੀਕੇਟ ਤੇ ਅੱਗੇ ਸੋਡੀਅਮ ਹੁੰਦਾ ਇੱਕ ਐਕਸਟਰਾ। ਯਾਦ ਕੀ ਕਰਨਾ ਹੈ, ਐਲੂਮੀਨੀਅਮ ਦੇ ਅੰਦਰ
ਫੈਲਡਸਪਾਰ ਦੇ ਅੰਦਰ ਐਲੂਮੀਨੋ ਸਿਲੀਕੇਟ ਦਾ ਰੇਸ਼ੋ ਹੁੰਦਾ ਹੈ 1:2। ਜਿਓਲਾਈਟਸ ਦੇ ਅੰਦਰ ਕੀ ਹੁੰਦਾ ਹੈ 1:3 ਦਾ ਰੇਸ਼ੋ ਹੁੰਦਾ ਹੈ। ਹੁਣ ਇੱਕ ਸਪੈਸੀਫਿਕ ਐਗਜ਼ਾਮਪਲ ਹੁੰਦੀ ਹੈ ਜਿਓਲਾਈਟ ਦੀ, ਜਿਸ ਨੂੰ ਆਪਾਂ ਬੋਲ ਦਿਆਂਗੇ ZSM5। ZSM5 ਕੀ ਹੁੰਦਾ, ਇੱਕ ਸਪੈਸ਼ਲ ਟਾਈਪ ਦਾ ਜਿਓਲਾਈਟ ਹੁੰਦਾ ਹੈ ਜਿਹੜਾ ਕੀ ਕਰਦਾ ਹੈ ਮੀਥਾਨੋਲ ਨੂੰ, ਕਿ ਮੀਥਾਨੋਲ ਨੂੰ ਕੀ ਕਰਦਾ ਹੈਗਾ ਡਾਇਰੈਕਟਲੀ ਕਨਵਰਟ ਕਰ ਦਿੰਦਾ ਕਿਸ 'ਚ, ਪੈਟਰੋਲ 'ਚ। ਪੈਟਰੋਲ ਨੂੰ ਆਪਾਂ ਕੀ ਬੋਲ ਦਿੰਦੇ ਹਾਂ ਗੈਸੋਲੀਨ। ਤਾਂ ਇਹ ਕੀ ਹੁੰਦਾ ਆਪਣੇ ਕੋਲ ਇੱਕ ਇੰਪੋਰਟੈਂਟ ਜਿਓਲਾਈਟ ਹੁੰਦਾ ਹੈਗਾ ਜਿਸ ਨੂੰ ਆਪਾਂ ਬੋਲ ਦਿਆਂਗੇ ZSM5, ਜਿਹੜਾ ਡਾਇਰੈਕਟਲੀ ਮੀਥਾਨੋਲ ਨੂੰ ਕੀ ਕਰ ਦਿੰਦਾ ਹੈਗਾ ਪੈਟਰੋਲ 'ਚ ਕਨਵਰਟ ਕਰ ਦਿੰਦਾ ਹੈ। ਤਾਂ ਜਿਹੜੇ ਵੀ ਇੰਪੋਰਟੈਂਟ ਪੁਆਇੰਟ ਸੀ ਰਿਗਾਰਡਿੰਗ ਐਲੂਮੀਨੋ ਸਿਲੀਕੇਟਸ ਉਹ ਹੁਣ ਆਪਾਂ ਡਿਸਕਸ ਕਰ ਲੈਣੇ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਨੈਕਸਟ ਨਾਈਟ੍ਰੋਜਨ ਫੈਮਿਲੀ।